का खालसा वाहिगुरु जी की फतेह। सतगुरां दी शीतल गोद विच दूरों नेड़ियों चल करके पिछले पहर दे दीवाना विच आप जी जुड़ बैठे हो। कोई पूर्वले कर्म दे कीते हुए तपदान हन, जिन्हां दी बदौलत ये समा नितापत प्राप्त हुंदा है। आओ इस वक्त नूं गुरु प्यारे दी याद विच जुड़ के एक एक पल सफला बनाइए। गुर इतिहास के पावन प्रसंगां विचों आप जी ने सरवण कीता सी। दीन दुनिया के मालिक गुरु नानक साहब सच्चे पातशाह एक महीने का समा अपने नगर रायपुर की तलवंडी बतीत करके सुल्तानपुर लोधी आए ने। कुछ दिन बाद मूलचंद जी अपनी सपुत्री को लैन आए, लेके नगर पखो के रंधावे चले गए। इस समय काल दौरान गुरु नानक साहब पातशाह मोदी खाने की पावन धरती ते विराजमान हो गए। पहला दे नालों भी खुले गप्पे वाल रहे हैं। लोग सतगुरां दी महिमा को अपनी मत के मुताबिक करते हैं। कोई कहते रहबर है, कोई पीर कहता है, कोई दानी आखद है, कोई भगत आखद है, कोई फकीर कहता है। इथों तक पावन प्रसंगां नूं आप जी ने सरवण कीता है। आओ जी सुरत करके ध्यान करके चलिए सुल्तानपुर लोधी दी पावन पाक धरती ते। बख्शो आसीस गज वज के आखो जी सतनाम श्री वाहिगुरु साहिब जी। सतनाम श्री वाहिगुरु साहिब जी। पाखत कोई भगत ए पूरा, श्री हर कोश करे नह उरा। जग तो बेपरवाह बादशाह गुरु नानक साहिब जी भाई बाला जी दे समेत मोदी खाने विच बैठ के 13 तोल गए। हिसाब किताब दे विच कदे कमी पेशी नहीं आउंदी। नवाब दौलत खान दे वल्लों जिन्नी माया दित्ती जाती है वो तो दुगना सतगुर वंड दिंदे आ। इस करके समय दा नवाब भी आश्चर्य है, हैरान है ते लोग भी कहते कोई भगत आदमी है, पिछले जन्म की भगती लगती है जिस करके इनू घाटा नहीं पैंदा। कई तो इत्थों तक कहते आ लगदा रब दा खजाना इहदे कोले है, देवी देवते इहदे साथी ने। आप अपनी बुद्ध है जेती बरनत भिन्न भिन्न तो जिन्नी किसी दी मत है, जिन्नी किसी दी बुद्ध है, ਉਹਦੇ ਮੁਤਾਬਕ ਸਤਿਗੁਰਾਂ ਦੀ ਲੋਕ ਮਹਿਮਾ ਗਾਉਂਦੇ ਹਨ। ਕੋਈ ਕਹੇ ਨਿਜ ਸਿਦੇ ਨ ਪਾਸੂ, ਦੇਤ ਦਾਨ ਦੀਨਨ ਕੋ ਆਸੂ। ਕਈ ਤੇ ਇਥੋਂ ਤੱਕ ਕਹਿ ਦਿੰਦੇ ਆ ਇਹਦੇ ਕੋਲ ਰਿੱਧੀਆਂ ਸਿੱਧੀਆਂ ਨੇ, ਰਿੱਧ ਸਿੱਧ ਵਰਤ ਕੇ ਇਹਨੇ ਲੋਕਾਂ ਵਿੱਚ ਦਾਨ ਕੀਤਾ ਹੈ।
ਇਹ ਦਾਨੀ ਪੁਰਸ਼ ਹੈ, ਇਹਦੇ ਖਜ਼ਾਨੇ ਘਟਦੇ ਨਹੀਂ। ਜਿੰਨੇ ਲੋਕ ਘਟਾਉਣ ਦੀ ਕੋਸ਼ਿਸ਼ ਕਰਦੇ ਉਨਾ ਹੀ ਵੱਧਦਾ ਜਾਂਦਾ ਹੈ। ਇਹ ਤਾਂਤਰਿਕ ਹੈ, ਇਹਨੇ ਤੰਤਰ ਵਿਦਿਆ ਨੂੰ ਸਿੱਧ ਕੀਤਾ ਹੋਇਆ ਹੈ, ਇਹਨੇ ਚਲੀਸੇ ਕੱਢੇ ਹੋਏ ਆ। ਜਿੰਨੀ ਕਿਸੇ ਦੀ ਸਮਝ ਹੈ, ਜਿੰਨਾ ਕਿਸੇ ਨੂੰ ਗਿਆਨ ਹੈ, ਉਹ ਆਪਣੇ ਗਿਆਨ ਦੇ ਮੁਤਾਬਕ ਸਤਿਗੁਰਾਂ ਦੀ ਸਿਫਤ ਕਰਦੇ ਹੈ। ਹੁਣ ਆਪੋ ਆਪਣੇ ਧਰਮ ਦੀ ਰਵਾਇਤ ਹੁੰਦੀ ਹੈ, ਕਿਸੇ ਨੇ ਰਿੱਧ ਸਿੱਧ ਦਾ ਜ਼ਿਕਰ ਕੀਤਾ, ਕਿਸੇ ਨੇ ਦੇਵੀ ਦੇਵਤਿਆਂ ਦਾ ਕਰਤਾ, ਕਿਸੇ ਨੇ ਕਿਹਾ ਅੱਲਾ ਪਾਕ ਮੌਲਾ ਪ੍ਰਸੰਨ ਬੜਾ, ਤਾਂ ਹੀ ਇਹਨੂੰ ਤੋਟ ਨਹੀਂ ਆਉਂਦੀ। ਜਿਨ ਪਰ ਕਰਨਾ ਦ੍ਰਿਸ਼ਟ ਨੇ ਹਰੀ, ਜਿਦੇ ਅਵਿਦਿਆ ਦੂਰ ਬਿਦਾਰੀ। ਇਹ ਤਾਂ ਸਨ ਗੱਲਾਂ ਦਾਨ ਪੁੰਨ ਦੀਆਂ, ਪਰ ਲੋਕ ਜਿਹੜੇ ਅੰਦਰੋਂ ਜਾਣਦੇ ਨੇ ਕਹਿੰਦੇ ਜਿਹਦੇ ਤੇ ਅੱਖ ਭਰ ਕੇ ਤੱਕ ਲੈਂਦੇ ਆ, ਝੋਲੀਆਂ ਭਰ ਦਿੰਦੇ ਆ। ਅੰਦਰ ਦੀ ਅਗਿਆਨਤਾ, ਅੰਦਰ ਦੀ ਹੀਣਤਾ, ਵੈਰ ਵਿਰੋਧ ਦਾ ਭਾਵ ਪਲਾਂ ਚ ਮਿਟਾ ਦਿੰਦੇ ਨੇ। ਸੋ ਜਨ ਪਰਮੇਸ਼ਰ ਆਪੋ, ਧਰ ਅਵਤਾਰ ਕਰੇ ਦੁਖ ਖਪੋ। ਪਰ ਜਿਹੜੇ ਪੀਰ ਫਕੀਰ ਲੋਕ ਸਨ ਉਹ ਕਹਿੰਦੇ ਅਵਤਾਰੀ ਪੁਰਸ਼ ਨੇ। ਲੱਗਦਾ ਧਰਤੀ ਤੇ ਰੱਬ ਮਨੁੱਖਾ ਸਰੀਰ ਵਿੱਚ ਆਇਆ ਹੋਇਆ ਹੈ। ਦੇਖੋ ਜਿਹਦੀ ਮੱਤ ਇੱਥੇ ਤੱਕ ਪਹੁੰਚੀ ਉਹਨਾਂ ਪਛਾਣ ਲਿਆ ਇਹ ਬ੍ਰਹਮ ਗਿਆਨੀ ਨੇ। ਆਪਣਾ ਭੇਦ ਜ਼ਮਾਨੇ ਨੂੰ ਨਹੀਂ ਦਿੰਦੇ, ਕਹਿੰਦੇ ਦਾਨ ਕਰਦਿਆਂ ਕਰਦਿਆਂ ਇਹਨਾਂ ਨੇ ਗਾਇਬ ਹੋ ਜਾਣਾ, ਛੁਪ ਜਾਣਗੇ। ਕਿਉਂਕਿ ਦਾਨੀ ਪੁਰਸ਼, ਬੰਦਗੀ ਵਾਲੇ, ਭਲੇ ਪੁਰਸ਼ ਦੁਨੀਆ ਵਿੱਚ ਸਭ ਕੁਝ ਵੰਡ ਕੇ ਅਲੋਪ ਹੋ ਜਾਂਦੇ ਨੇ, ਕਦੇ ਆਪਣਾ ਨਾਮ ਨਹੀਂ ਕਰਾਉਂਦੇ। ਗੁਰੂ ਕਲਗੀਧਰ ਪਾਤਸ਼ਾਹ ਚਾਰ ਪੁੱਤਰਾਂ ਨੂੰ ਵਾਰਨ ਵਾਲੇ ਉਹਨਾਂ ਅੰਤਮ ਸਮੇਂ ਕੀ ਆਖਿਆ ਸੀ? ਜਿਹੜਾ ਸਾਡੀ ਯਾਦਗਾਰ ਬਣਾਏਗਾ, ਸਾਡੀ ਸਮਾਧ ਬਣਾਏਗਾ, ਉਹਦੀ ਵੰਸਣੀ ਰਹੇਗੀ। ਤੇ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਸੋਚਿਆ ਐਡਾ ਵੱਡਾ ਰਾਜ ਭਾਗ ਜਿਸ ਦਾਤੇ ਦਾ ਦਿੱਤਾ ਹੋਇਆ ਹੈ, ਜੇ ਉਹਦੀ ਥਾਈ ਨਾ ਬਣੀ, ਯਾਦ ਨਾ ਬਣੀ, ਤੇ ਕੀ ਫਾਇਦਾ ਮੇਰੇ ਰਾਜ ਤਖਤਾਂ ਦਾ। ਕੋਈ ਗੱਲ ਨਹੀਂ, ਵੰਸ ਰਹੇ ਨਾ ਰਹੇ, ਉਹਨਾਂ ਤਖਤ ਹਜੂਰ ਸਾਹਿਬ ਦੀ ਉਹ ਪਾਵਨ ਧਰਤੀ ਨੂੰ ਪ੍ਰਗਟ ਕਰਤਾ, ਅਸਥਾਨ ਬਣਾਤਾ। ਤੇ ਫਿਰ ਪੜੋ ਮਹਾਰਾਜਾ ਰਣਜੀਤ ਸਿੰਘ ਦਾ ਇਤਿਹਾਸ। ਕਿੱਥੇ ਨੇ ਪੁੱਤਰ, ਕਿੱਥੇ ਨੇ ਧੀਆਂ, ਕੀ ਕੀ ਉਹਨਾਂ ਦੇ ਪਰਿਵਾਰ ਦੇ ਹਸ਼ਰ ਹੋਏ। ਇਹ ਤੇ ਸਤਿਗੁਰਾਂ ਦੇ ਵਚਨ ਸੀ। ਇੰਨਾ ਕੁਝ ਕਰਕੇ ਵੀ ਆਪਾ ਛੁਪਾ ਲਿਆ। ਲੋਕੀ ਗੱਲਾਂ ਕਰਦੇ ਨੇ, ਜਿਹੜੇ ਸਾਧੂ ਲੋਕ ਨੇ, ਕਹਿੰਦੇ ਕਿਰਤ ਕਰਦੇ ਕਰਦੇ, ਦਾਨ ਕਰਦੇ ਕਰਦੇ ਇੱਕ ਦਿਨ ਛੁਪ ਜਾਣਗੇ। ਜੋ ਸ਼ਰਦਾ ਧਰ ਦਰਸ਼ਨ ਕਰਹੀ, ਮੋਹ ਜਨਤ ਸੰਸੈ ਪਰ ਹਰਹੀ। ਲੋਕਾਂ ਵਿੱਚ ਸ਼ਰਧਾ ਬਣਨੀ ਸ਼ੁਰੂ ਹੋ ਗਈ। ਜਿੱਥੇ ਮੋਦੀ ਖਾਨੇ 'ਚ ਲੋਕ ਦਾਨ ਲੈਣ ਆਉਂਦੇ ਸੀ, ਪਦਾਰਥ ਲੈਣ ਆਉਂਦੇ ਸੀ, ਉੱਥੇ ਨਾਮ, ਭਗਤੀ, ਬੰਦਗੀ, ਸੱਚ, ਸੁੱਚ, ਸੰਤੋਖ, ਕਹਿੰਦੇ ਇਹ ਚੀਜ਼ਾਂ ਦੀਆਂ ਦਾਤਾਂ ਵੀ ਸਤਿਗੁਰ ਬਣ ਰਹੇ ਆ। ਜਿਨ੍ਹਾਂ ਨੂੰ ਸੋਝੀ ਹੈ ਉਹ ਤੇ ਮੰਗਦੇ ਆ ਨਾਮ ਦੀ ਦਾਤ। ਜਿਨ੍ਹਾਂ ਨੂੰ ਸੰਸਾਰ ਦੀ ਵਿਰਤੀ ਵਿੱਚ ਖੱਟਣਾ ਪਸੰਦ ਹੈ, ਉਹ ਕਹਿੰਦੇ ਇੰਨੀਆਂ ਮਿਰਚਾਂ ਤੋਲ ਦੇ, ਇੰਨਾ ਘਿਓ ਦੇ ਦੇ, ਇੰਨਾ ਤੇਲ ਦੇ ਦੇ, ਉੱਥੇ ਖੜੇ ਆ। ਕਹਿੰਦੇ ਹਰ ਪ੍ਰਕਾਰ ਦੀ ਵਸਤੂ ਮੋਦੀ ਖਾਨੇ 'ਚੋਂ ਪ੍ਰਾਪਤ ਹੁੰਦੀ ਸੀ। ਸਰੀਰਕ ਤੌਰ ਤੇ ਜਿੰਨੇ ਪਦਾਰਥ ਨੇ, ਮਾਨਸਿਕ ਤੌਰ ਤੇ ਜਿੰਨੀਆਂ ਅਵਸਥਾਵਾਂ ਨੇ, ਰੋਂਦਿਆਂ ਨੂੰ ਆਉਂਦਿਆਂ ਨੂੰ ਗੁਰੂ ਸਾਹਿਬ ਗਲ ਲਾ ਕੇ ਹਸਾ ਦਿੰਦੇ ਨੇ, ਦੁਖੀਆਂ ਦੀਆਂ ਝੋਲੀਆਂ ਭਰ ਕੇ ਦੁੱਖ ਵਿਸਾਰ ਦਿੰਦੇ ਨੇ। ਜੇ ਕੋ ਸੀਖ ਆਨ ਕਰ ਲੇ, ਬਚਨ ਸੁਨਤ ਭ੍ਰਮ ਕੀ ਤਜ ਦੇ। ਦੋ ਤਰ੍ਹਾਂ ਦੇ ਲੋਕ ਮੋਦੀ ਖਾਨੇ ਦੀ ਧਰਤੀ ਤੇ ਆਉਂਦੇ ਆ। ਕੁਝ ਸਤਿਗੁਰਾਂ ਤੋਂ ਸਿੱਖਿਆ ਲੈਣ ਆਉਂਦੇ ਆ, ਸਿੱਖਣ ਆਉਂਦੇ ਆ, ਆਪਣੇ ਭਰਮਾਂ ਨੂੰ ਮਿਟਾ ਲੈਂਦੇ ਆ, ਤੇ ਕੁਝ ਸਾਡੇ ਵਰਗੇ ਗੁਰੂ ਬਾਬੇ ਨੂੰ ਸਮਝਾਉਣ ਆਉਂਦੇ ਆ ਵੀ ਆਹ ਜਿਹੜਾ ਕੰਮ ਤੁਸੀਂ ਦਾਨ ਪੁੰਨ ਵਾਲਾ ਸ਼ੁਰੂ ਕੀਤਾ ਜੀ, ਇਹ ਚੱਲਣਾ ਨਹੀਂ। ਮੋਦੀ ਖਾਨਾ ਤੇ ਵਪਾਰ ਦਾ ਕੇਂਦਰ ਹੈ। ਤੁਸੀਂ ਇੱਥੇ ਲੋਕਾਂ ਨੂੰ ਬਿਨਾਂ ਮਾਇਆ ਤੋਂ ਇੰਨਾ ਕੁਝ ਦੇਈ ਜਾਂਦੇ ਹੋ, ਇੱਕ ਦਿਨ ਤੁਹਾਡਾ ਨੁਕਸਾਨ ਹੋਏਗਾ, ਤੁਸੀਂ ਛੱਡ ਦਿਓ। ਤੇ ਹੱਸ ਕੇ ਸਤਿਗੁਰ ਕਹਿੰਦੇ ਆ ਜੀ ਤੁਸੀਂ ਸਿਆਣੇ ਬੜੇ ਹੋ, ਧੰਨਵਾਦ ਤੁਹਾਡਾ, ਤੁਸੀਂ ਸਲਾਹ ਦਿੱਤੀ। ਦੇਖੋ ਕਿਸੇ ਨੂੰ ਨਿਰਾਸ਼ ਨਹੀਂ ਜਾਣ ਦਿੰਦੇ। ਕੋਈ ਸਲਾਹ ਵੀ ਦੇਣੇ ਆਉਂਦਾ ਹੈ, ਉਹਦੀ ਵੀ ਇੱਜ਼ਤ ਕਰਦੇ ਨੇ। ਅਸ ਪ੍ਰਕਾਰ ਬੀਤਾ ਇੱਕ ਮਾਸਾ, ਜਾਚਕ ਮੋਰੇ ਉਹ ਨੰਦ ਰਸਾ। ਏਦਾਂ ਹੀ ਦਾਨ ਕਰਦਿਆਂ ਕਰਦਿਆਂ 1 ਮਹੀਨਾ ਬਤੀਤ ਹੋ ਗਿਆ।
ਇਸ ਇੱਕ ਮਹੀਨੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਦੇ ਵੀ ਆਪਣੇ ਧਰਮ ਪਤਨੀ ਨੂੰ ਚੇਤੇ ਨਾ ਕੀਤਾ ਵੀ ਸਾਡੇ ਧਰਮ ਪਤਨੀ ਸੁਲੱਖਣੀ ਜੀ ਆਪਣੇ ਪੇਕੇ ਘਰ ਗਏ ਹੋਏ ਆ, ਭਾਵ ਇਹਨਾਂ ਦੇ ਸਹੁਰੇ ਲੈ ਕੇ ਵੀ ਆਉਣਾ ਹੈ, ਆਏ ਕਿਉਂ ਨਹੀਂ, ਇੰਨਾ ਸਮਾਂ ਹੋ ਗਿਆ। ਕਹਿੰਦੇ ਕਦੇ ਯਾਦ ਚੇਤੇ ਵੀ ਨਾ ਕੀਤਾ, ਕਦੇ ਭੈਣ ਅਤੇ ਜੀਜਾ ਜੀ ਦੇ ਸਾਹਮਣੇ ਉਹਨਾਂ ਦਾ ਨਾਮ ਵੀ ਦੁਹਰਾਇਆ ਨਾ। ਜਿਦੇ ਨਾਨਕੀ ਕੀਨ ਵਿਚਾਰਾ ਭਰਾਤ ਭਾਜ ਆਈ ਅਗਾਰਾ। ਇੱਕ ਮਹੀਨਾ ਬਤੀਤ ਹੋਣ ਤੋਂ ਬਾਅਦ ਸਤਿਗੁਰਾਂ ਦੇ ਭੈਣ ਨਾਨਕੀ ਜੀ ਸੋਚਦੇ ਆ ਵੀ ਵੀਰ ਮੇਰੇ ਨੇ ਕਦੇ ਆਪਣੀ ਪਤਨੀ ਦਾ ਜ਼ਿਕਰ ਹੀ ਨਹੀਂ ਕੀਤਾ। ਲੈ ਕੇ ਤੇ ਆਉਣਾ ਦੂਰ ਦੀ ਗੱਲ, ਵੀ ਚੱਲ ਲੈ ਆਈਏ ਜਾ ਕੇ, ਜ਼ਿਕਰ ਵੀ ਨਹੀਂ ਕੀਤਾ ਕਦੇ ਵੀ ਕਿਵੇਂ ਹੋਣਗੇ, ਕਿਉਂ ਗਏ ਸੀ, ਕਦੋਂ ਗਏ ਸੀ, ਆਏ ਕਿਉਂ ਨਹੀਂ, ਅਜੇ ਤੱਕ ਕਿਉਂ ਨਹੀਂ ਆਏ, ਵੀ ਛੱਡਿਆ ਕਿਉਂ ਨਹੀਂ ਉਹਨਾਂ ਨੇ, ਪਿਤਾ ਜੀ ਕਿਉਂ ਨਹੀਂ ਲੈ ਕੇ ਆਏ, ਸੋਚਿਆ ਕਦੇ ਨਾ। ਕਿਉਂਕਿ ਹੁਣ ਗੁਰੂ ਸਾਹਿਬ ਦਿਨ ਹੋਵੇ ਰਾਤ ਹੋਵੇ ਮੋਦੀ ਖਾਨੇ ਦੀ ਰਹਿਣ ਲੱਗ, ਰਾਤ ਵੇਲੇ ਵੀ ਉੱਥੇ ਰਹਿੰਦੇ ਆ। ਪਰ ਭੈਣ ਜੀ ਸੋਚਦੇ ਆ ਵੀ ਭਰਜਾਈ ਜੀ ਅਜੇ ਤੱਕ ਕਿਉਂ ਨਹੀਂ ਆਏ, ਮੇਰਾ ਵੀਰ ਵੀ ਨਹੀਂ ਸੋਚਦਾ ਲੈ ਕੇ ਆਉਣ ਬਾਰੇ। ਜੇ ਮੈਂ ਇਹਨਾਂ ਨੂੰ ਕਿਹਾ ਨਾ, ਇਹਨਾਂ ਜਾਣਾ ਹੀ ਨਹੀਂ। ਜੇ 1 ਸਾਲ ਵੀ ਲੰਘ ਗਿਆ ਨਾ, ਇਹਨਾਂ ਆਪਣੀ ਪਤਨੀ ਦਾ ਜ਼ਿਕਰ ਫੇਰ ਵੀ ਨਹੀਂ ਕਰਨਾ। ਆਖੋ ਸਤਿਨਾਮ। ਭੈਣ ਤਾਂ ਸੋਚਦੀ, ਉਹਨੂੰ ਪਤਾ ਮੇਰਾ ਵੀਰ ਬੇਪਰਵਾਹ ਏ, ਉਹ ਪਰਵਾਹ ਨਹੀਂ ਕਰਦਾ ਕਿਸੇ ਦੀ। 2 ਤਰ੍ਹਾਂ ਦੇ ਬੰਦੇ ਹੁੰਦੇ, ਇੱਕ ਹੁੰਦੇ ਬੇਪਰਵਾਹ, ਘਾਟਾ ਪੈਗਾ ਕੋਈ ਨਹੀਂ, ਇੱਕ ਹੁੰਦੇ ਲਾਪਰਵਾਹ, ਗਲਤੀ ਕਰਕੇ ਨਹੀਂ ਸੀ ਚਾਹੁੰਦੇ ਪਰ ਜਾਣੇ ਅਣਜਾਣੇ ਕਮੀ ਪੇਸ਼ੀ ਆ ਗਈ। ਉੱਠਣਾ ਸੀ ਸਵੇਰੇ, ਜਾਣਾ ਸੀ ਕਿਤੇ, ਪਰ ਲਾਪਰਵਾਹੀ ਕੀਤੀ, ਲੇਟ ਹੋ ਗਏ, ਹੁਣ ਲੋਕਾਂ ਤੋਂ ਗਾਲਾਂ ਖਾਈ ਜਾਂਦੇ। ਪਰ ਇੱਕ ਬੇਪਰਵਾਹ, ਉਹ ਕਹਿੰਦਾ ਮੈਨੂੰ ਪਰਵਾਹ ਨਹੀਂ, ਕੋਈ ਰੁੱਸਦਾ ਰੁੱਸੇ, ਲੜਦਾ ਲੜੇ, ਹੱਸਦਾ ਹੱਸੇ, ਮੈਂ ਕੀ ਲੈਣਾ ਹੈ, ਮੈਂ ਮਸਤ ਹਾਂ। ਗੁਰੂ ਨਾਨਕ ਸਾਹਿਬ ਮਹਾਰਾਜ ਬੇਪਰਵਾਹ ਸਨ, ਜੀਵਨ ਵਿੱਚ ਮਸਤ ਸਨ। ਐਸੀ ਮਸਤੀ ਸੀ ਨਾਮ ਦੀ। ਕਹਿੰਦੇ ਭੈਣ ਜੀ ਨੇ ਬੜੀ ਵਾਰ ਪੁੱਛਣ ਦੀ ਕੋਸ਼ਿਸ਼ ਕੀਤੀ, ਪੁੱਛਣ ਤੇ ਤਾਂ ਜੀ ਗੱਲ ਕਰਨ ਨੂੰ ਬੈਠਣ ਕੋਲੇ, ਜਦੋਂ ਗੁਰੂ ਸਾਹਿਬ ਨੇ ਕਦੇ ਕੋਈ ਆਈ ਗਈ ਨਾ ਦਿੱਤੀ, ਕੋਈ ਗੱਲਬਾਤ ਹੀ ਨਾ ਕਰੀ, ਤੇ ਸਤਿਗੁਰਾਂ ਦੇ ਭੈਣ ਜੀ ਆਪਣੇ ਪਤੀ ਜੈ ਰਾਮ ਜੀ ਦੇ ਨਾਲ ਇਹ ਗੱਲ ਦੁਹਰਾਉਂਦੇ ਨੇ। ਸਭੈ ਸੁਭਾਰਨ ਸੰਭੈ ਸੋ, ਦੇਹ ਬਿਨ ਘਰ ਕੀ ਜੀਤ ਨ ਕੋ। ਸਤਿਗੁਰਾਂ ਦੇ ਭੈਣ ਨੇ ਮਨ ਵਿੱਚ ਇਹ ਸੋਚਿਆ ਸੀ ਵੀ ਭਰਜਾਈ ਤੋਂ ਬਗੈਰ ਘਰ ਸੁਣਨਾ ਹੈ, ਉਹ ਆਉਣਗੇ ਘਰ ਸੰਭਾਲਣਗੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਿੱਦਣ ਦੇ ਉਹਨਾਂ ਦੇ ਧਰਮ ਪਤਨੀ ਗਏ, ਉਹ ਆਉਂਦੇ ਹੀ ਨਹੀਂ ਘਰੇ। ਬੇਪਰਵਾਹ ਨੇ, ਨਾ ਕਦੇ ਪਤਨੀ ਨੂੰ ਚੇਤੇ ਕੀਤਾ, ਨਾ ਕਦੇ ਕਿਸੇ ਕੋਲ ਜ਼ਿਕਰ ਕੀਤਾ। ਭਾਈ ਬਾਲਾ ਜੀ ਦੇ ਨਾਲ ਦਾਨ ਹੀ ਕਰਦੇ, ਖੁਸ਼ ਬੜੇ ਆ ਦੁਨੀਆ ਨੂੰ ਮਿਲ ਕੇ। ਤੇ ਪਰ ਭੈਣ ਜੀ ਦੇ ਮਨ ਵਿੱਚ ਸੀ ਵੀ ਜੇ ਵਿਆਹ ਦੀ ਸ਼ੁਰੂਆਤ ਵਿੱਚ ਹੀ ਐਡੀ ਬੇਪਰਵਾਹੀ ਹੈ, ਫਿਰ ਕੱਲ ਕਦੋਂ ਆਈ। ਆਖੋ ਸਤਿਨਾਮ। ਜੇ ਅਜੇ ਤੱਕ ਮੂਲ ਚੰਦ ਜੀ ਕੁਛ ਨਹੀਂ ਕਹਿੰਦੇ, ਉਹ ਚੁੱਪਚਾਪ ਨੇ, ਇਹਦਾ ਮਤਲਬ ਇਹ ਤਾਂ ਨਹੀਂ ਵੀ ਅਸੀਂ ਵੀ ਚੁੱਪ ਰਹੀਏ। ਮਨ ਵਿੱਚ ਬੜਾ ਕੁਝ ਸੋਚਿਆ ਤੇ ਆਪਣੇ ਪਤੀ ਨਾਲ ਬਹਿ ਕੇ ਗੱਲ ਕਰਦੇ ਆ ਵੀ ਅਸੀਂ ਚਾਹੁੰਦੇ ਆ ਗੁਰੂ ਨਾਨਕ ਸਾਹਿਬ ਮਹਾਰਾਜ ਜਾਣ, ਆਪਣੇ ਧਰਮ ਪਤਨੀ ਨੂੰ ਲੈ ਕੇ ਆਉਣ, ਫਰਜ਼ ਆ ਉਹਨਾਂ ਦਾ ਜਾਣਾ, ਪਤਨੀ ਨੂੰ ਲੈ ਕੇ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸੁਭਾਅ ਨੂੰ ਜਾਣਦੇ ਨੇ ਜੈ ਰਾਮ ਜੀ, ਵੀ ਜੇ ਅਸੀਂ ਕਹਿਤਾ ਉਹਨਾਂ ਕਹਿਣਾ ਮੈਂ ਤੇ ਜਾਣਾ ਨਹੀਂ, ਤੁਸੀਂ ਲੈ ਜਾਓ, ਸਮਾਂ ਨਹੀਂ ਸਾਡੇ ਕੋਲ। ਕਿਉਂ? ਕਿਉਂਕਿ ਉਹ ਸੇਵਾ ਵਿੱਚ ਲੱਗੇ ਹੋਏ ਆ, ਮਨੁੱਖਤਾ ਦੀ, ਮਾਨਵਤਾ ਦੀ ਸੇਵਾ ਦੇ ਵਿੱਚ ਦਿਨ ਰਾਤ ਇੱਕ ਕਰਦੇ ਹਨ। ਯਾਰ ਵਿਦ ਕਰ ਔਰ ਕੀ ਅਬਲਖਾ, ਪਤ ਕੇ ਨਿਗਟ ਬਚਨ ਪੁਨ ਭਖਾ। ਜਦੋਂ ਆਪਣੇ ਪਤੀ ਨਾਲ ਇਹ ਜ਼ਿਕਰ ਕੀਤਾ, ਬਚਨ ਕੀਤਾ, ਜੈ ਰਾਮ ਜੀ ਕਹਿੰਦੇ ਮੈਂ ਤੇ ਆਪ ਇਹਨਾਂ ਨੂੰ 15 ਦਿਨਾਂ ਦਾ ਵੇਖਦਾ ਵੀ ਜੇ ਗੱਲ ਹੀ ਕਰ ਲੈਣ, ਕੋਈ ਦੱਸ ਹੀ ਦੇਣ। ਕਹਿੰਦੇ ਇਹਨਾਂ ਨੇ ਯਾਦ ਚੇਤੇ ਨਹੀਂ ਕੀਤਾ ਤੇ ਉਹ ਵੀ ਪੱਕੇ, ਚਿੱਠੀ ਪੱਤਰ ਉਹਨਾਂ ਵੀ ਨਹੀਂ ਭੇਜਿਆ। ਆਖੋ ਸਤਿਨਾਮ। ਸਤਿਗੁਰਾਂ ਦੇ ਸਹੁਰਾ ਸਾਹਿਬ ਭਾਵ ਪਿਤਾ ਜੀ ਮੂਲ ਚੰਦ ਜੀ, ਉਹਨਾਂ ਨੇ ਵੀ ਕੋਈ ਖਤ ਨਹੀਂ ਭੇਜਿਆ। ਅਸੀਂ ਪਹੁੰਚ ਗਏ, ਕਿਵੇਂ ਆ, 1 ਮਹੀਨਾ ਹੋ ਗਿਆ, ਗੁਰੂ ਨਾਨਕ ਸਾਹਿਬ ਲੈਣ ਕਿਉਂ ਨਹੀਂ ਆਏ, ਉਹ ਵੀ ਚੁੱਪਚਾਪ ਸੀ। ਹੁਣ ਬੜੀ ਹੈਰਾਨੀ ਦੀ ਗੱਲ ਹੈ ਵੀ ਜੇ ਦੋਨੇ ਪਾਸੇ ਚੁੱਪ ਹੋ ਗਏ ਤੇ ਫਿਰ ਸਮਝੋ ਰਿਸ਼ਤਾ ਖਤਮ ਹੋਣ ਦੇ ਕਿਨਾਰੇ ਹੁੰਦਾ ਹੈ। ਜਦੋਂ ਮੂਲ ਚੰਦ ਜੀ ਵੱਲੋਂ ਕੋਈ ਜਵਾਬ ਨਾ ਆਇਆ, ਕੋਈ ਖਤ ਨਾ ਆਇਆ, ਉਹ ਕੀ ਸੋਚਦੇ ਆ, ਕਹਿੰਦੇ ਜ਼ਿੰਮੇਵਾਰੀ ਦੀ ਆਪੇ ਲੈਣਾ,
ਅੱਜ ਨਹੀਂ ਕੱਲ ਨਹੀਂ, ਇੱਕ ਨਾ ਇੱਕ ਦਿਨ ਤੇ ਆਉਣਾ ਪੈਣਾ ਨਾ। ਉਹ ਆਪਣੀ ਪੁੱਤਰੀ ਨੂੰ ਕਹਿੰਦੇ ਪੁੱਤ ਕੋਈ ਗੱਲ ਨਹੀਂ, ਜਿੱਦਣ ਲੈਣ ਆ ਨੂੰ ਚਲੇ ਜਾਈ। ਉਹ ਵੀ ਬੇਪਰਵਾਹ ਸੀ। ਇੱਧਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਨੂੰ ਇਹਨਾਂ ਦੇ ਜੀਜਾ ਜੀ 15 ਦਿਨਾਂ ਤੋਂ ਵੇਖਦੇ ਵੀ ਜੇ ਆਪ ਹੀ ਜ਼ਿਕਰ ਕਰ ਲੈਣ, ਕੋਈ ਨਹੀਂ ਕੀਤਾ ਉਹਨਾਂ ਨੇ। ਤੇ ਜੈ ਰਾਮ ਸੋਚਦੇ ਆ ਵੀ ਸਾਨੂੰ ਹੀ ਪੁੱਛਣਾ ਪਏਗਾ, ਇੱਕ ਵਾਰ ਗੱਲ ਤੇ ਕਰਕੇ ਵੇਖੀਏ, ਜ਼ਿਕਰ ਤੇ ਕਰੀਏ ਸਤਿਗੁਰ ਕੀ ਆਖਦੇ ਨੇ। ਨੇਗ ਜੋਗ ਕੋ ਦੇਹੋ ਪਠਾਈ, ਭਰਾਤ ਭਾਰਜ ਲੈਹੋ ਮੰਗਾਈ। ਗੁਰੂ ਨਾਨਕ ਸਾਹਿਬ ਜੀ ਨੂੰ ਸਹਿਜ ਸੁਭਾਅ ਪੁੱਛਿਆ, ਸਤਿਗੁਰ ਕਹਿੰਦੇ ਸਾਡੇ ਕੋਲ ਸਮਾਂ ਨਹੀਂ ਹੈ, ਵਕਤ ਨਹੀਂ ਹੈ ਸਾਡੇ ਕੋਲ। ਜੈ ਰਾਮ ਜੀ ਕਹਿੰਦੇ ਕੋਈ ਗੱਲ ਨਹੀਂ ਜੀ, ਅਸੀਂ ਪਾਲਕੀ ਭੇਜ ਦਿੰਦੇ ਹਾਂ, ਜਿਹ 'ਚ 4 ਕੁਹਾਰ ਜਾਣਗੇ, ਕੁਛ ਲਾਗੀ ਚਲੇ ਜਾਣਗੇ। ਲਾਗ ਦਾ ਸਮਾਨ ਜੋ ਲੈਣ ਦੇਣ ਹੁੰਦਾ ਉਹਨਾਂ ਸਮਿਆਂ ਦੀ ਰਸਮਾਂ ਨੇ, ਵੀ ਕੁਛ ਦੇ ਆਉਣਗੇ ਤੇ ਉਹਨਾਂ ਨੂੰ ਲੈ ਆਉਣਗੇ। ਮਹਾਰਾਜ ਕਹਿੰਦੇ ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ। ਜੀਜਾ ਜੀ ਅੱਗੇ ਮੋਦੀਖਾਨਾ ਛੱਡ ਕੇ ਗਏ ਆ, ਅੱਗੇ ਛੱਡਿਆ 1 ਮਹੀਨਾ, ਕਿਹਦੇ ਕਰਕੇ? ਪਤਨੀ ਕਰਕੇ। 1 ਮਹੀਨਾ ਛੱਡਿਆ ਤੇ ਕਿੰਨਾ ਪਿੱਛੇ ਪੈ ਗਿਆ। ਹੁਣ ਜਾਵਾਂਗੇ 10-15 ਦਿਨ ਫੇਰ ਲੱਗ ਜਾਣਗੇ। ਬਸ ਅਸੀਂ ਤੇ ਇਹਨਾਂ ਕੰਮਾਂ 'ਚ ਹੀ ਰਿਹਾ ਕਰਾਂਗੇ, ਕਦੇ ਲੈ ਆਏ ਕਦੇ ਛੱਡ ਆਏ। ਆਖੋ ਸਤਿਨਾਮ। ਬੈਠੋ ਨਹੀਂ ਜਾਇਆ। ਸਤਿਗੁਰਾਂ ਦੇ ਜੀਜਾ ਜੀ ਨੇ ਗੁੱਸਾ ਹੀ ਨਾ ਕੀਤਾ। ਪਤਾ ਹੈ ਉਹਨਾਂ ਨੂੰ ਵੀ ਨਫ਼ਰਤ ਨਹੀਂ ਅੰਦਰ, ਕੋਈ ਵੈਰ ਨਹੀਂ ਅੰਦਰ, ਕੋਈ ਈਰਖਾ ਨਹੀਂ। ਜੋ ਗੱਲ ਕਰਦੇ ਆ ਦਿਲੋਂ ਕਰਦੇ ਆ, ਸੱਚੀ ਕਰਦੇ ਆ। ਕਹਿੰਦੇ ਮਹਾਰਾਜ ਕੋਈ ਗੱਲ ਨਹੀਂ, ਅਸੀਂ ਭੇਜ ਦਿੰਦੇ ਹਾਂ 4 ਕੁਹਾਰ, ਡੋਲੇ ਵਿੱਚ ਪਾਲਕੀ ਵਿੱਚ ਲੈ ਆਉਣਗੇ। ਮਹਾਰਾਜ ਕਹਿੰਦੇ ਜਿਵੇਂ ਠੀਕ ਲੱਗਦਾ। ਜੈ ਰਾਮ ਜੀ ਘਰ ਆਏ ਨੇ, ਆਪਣੀ ਧਰਮ ਪਤਨੀ ਨਾਲ ਗੱਲ ਕੀਤੀ, ਜੋ ਵਸਤਾਂ ਸੀ ਉਹਨਾਂ ਸਮਿਆਂ ਦੀਆਂ ਇਕੱਠੀਆਂ ਕੀਤੀ, ਭੇਜਣੀਆਂ ਉੱਤੇ। ਭਾਵ ਸਤਿਗੁਰਾਂ ਦੇ ਧਰਮ ਪਤਨੀ ਸੁਲੱਖਣੀ ਜੀ, ਸਾਡੇ ਮਾਤਾ ਸੁਲੱਖਣੀ ਜੀ ਨੂੰ ਲੈਣ ਵਾਸਤੇ। ਸਤਿਗੁਰਾਂ ਦੇ ਭੈਣ ਨਾਨਕੀ ਜੀ ਨੇ, ਜੋ ਸੂਟਾਂ ਦਾ ਆਦਾਨ ਪ੍ਰਦਾਨ ਹੁੰਦਾ ਹੈ। ਅੱਗੇ ਪੁਰਾਣੇ ਜ਼ਮਾਨਿਆਂ ਵਿੱਚ ਸੂਟ ਘੁੰਮਦੇ ਰਹਿੰਦੇ ਸੀ, ਘੁੰਮਦੇ ਅੱਜ ਕੱਲ੍ਹ ਵੀ ਨੇ। ਉਹ ਸੂਟਾਂ ਨੂੰ ਕਦੇ ਜਿਸਮ ਪ੍ਰਾਪਤ ਨਹੀਂ ਹੁੰਦੇ ਵਿਚਾਰੇ ਨੂੰ। ਆਏ 6 ਮਹੀਨੇ ਕਿਸੇ ਦੀ ਪੇਟੀ 'ਚ, 2 ਮਹੀਨੇ ਕਿਸੇ ਦੇ ਬੈੱਡ 'ਚ ਘੁੰਮਦੇ ਹੀ ਰਹਿੰਦੇ ਨੇ। ਟ੍ਰੈਂਡ ਵੀ ਲੰਘ ਜਾਂਦੇ, ਦੁਬਾਰਾ ਫੇਰ ਆ ਜਾਂਦੇ ਆ। ਉਹ ਵਿਚਾਰੇ ਘੁੰਮਣ ਫਿਰਨ ਵਾਸਤੇ ਬਣੇ ਹੁੰਦੇ ਆ, ਕੰਮ ਨਹੀਂ ਹੁੰਦੇ। ਪਰ ਉਹਨਾਂ ਸਮਿਆਂ ਦੇ ਵਿੱਚ ਚੀਜ਼ਾਂ ਉਹ ਦਿੱਤੀਆਂ ਜਾਂਦੀਆਂ ਸੀ ਜੋ ਲੋਕ ਪਹਿਨਦੇ ਸੀ, ਵਰਤਦੇ ਸੀ। ਤੇ ਅੱਜ ਕੱਲ ਮਾਫ ਕਰਿਓ, ਦਿੱਤੀਆਂ ਹੋਈਆਂ ਚੀਜ਼ਾਂ ਪਹਿਨੀਆਂ ਨਹੀਂ ਜਾ ਸਕਦੀਆਂ। ਜਿੱਦਣ ਧੋਤੇ ਕੇਲੇ ਦੇ ਛਿਲਕੇ ਵਾਂਗੂ ਖਿੜ ਜਾਣਗੇ। ਲੋਕ ਦਿੰਦੇ ਹੀ ਉਹ ਜਿਹੀਆਂ ਚੀਜ਼ਾਂ ਨੇ ਵੀ ਜਿਹੜੀ ਬਸ ਆਈ ਚਲਾਈ ਚੱਲੇ, ਕੰਮ ਨਾ ਕਿਸੇ ਦੇ ਆਵੇ। ਪਰ ਉਹਨਾਂ ਸਮਿਆਂ ਵਿੱਚ ਕਹਿੰਦੇ ਕੀਮਤੀ ਵਸਤਰ ਲਏ, ਮਿੱਠਾ ਲਿਆ, ਮਠਿਆਈਆਂ ਲਈਆਂ, ਕੁਛ ਪਦਾਰਥ, ਨੇਕ ਨਾਮ ਜੋ ਲਾਭ ਹੁੰਦਾ ਉਹ ਲੈ ਲਿਆ। ਸਭ ਕੁਝ ਇਕੱਠਾ ਕੀਤਾ, ਪਾਲਕੀ ਤਿਆਰ ਕੀਤੀ ਹੈ। ਸੁਣ ਜੇ ਰਾਮ ਤਬ ਮਨ ਚ ਬੁਲਾਏ, ਭਲੀ ਰੀਤ ਸੋ ਤਹਿ ਪਦ ਰਾਹੀ। 4 ਮਨੁੱਖਾਂ ਨੂੰ ਕੋਲ ਬੁਲਾਇਆ, ਉਹਨਾਂ ਨੂੰ ਸਭ ਕੁਝ ਦੇ ਕੇ ਉਹ ਜਿਹੜਾ ਡੋਲਾ ਭੇਜਣਾ ਹੈ, ਪਾਲਕੀ ਭੇਜਣੀ, ਉਹ ਖਾਲੀ ਨਹੀਂ ਹੈ। ਪਦਾਰਥਾਂ ਦੀ ਭਰ ਕੇ ਭੇਜਦੇ ਵੀ, ਆਉਂਦੇ ਹੋਏ ਲੈ ਕੇ ਆਇਓ, ਕਿਉਂਕਿ ਰਾਣੀਆਂ ਮਹਾਰਾਣੀਆਂ ਇਦਾਂ ਹੀ ਆਉਂਦੀਆਂ ਸੀ। ਜਦੋਂ ਕਹਿੰਦੇ 4 ਕੁਹਾਰ ਚੱਲੇ, ਪਾਲਕੀ ਖਾਲੀ, ਜਿਹ 'ਚ ਪਦਾਰਥ ਰੱਖੇ ਲੈ ਕੇ ਤੁਰ ਪਏ, ਪੱਖੋਂ ਕਿਰਦਾ ਪਿਆ। ਜਦ ਕਿ ਸਮਾਜਿਕ ਤੌਰ ਤੇ ਜਾਣਾ ਚਾਹੀਦਾ ਸੀ। ਗੁਰੂ ਨਾਨਕ ਸਾਹਿਬ ਜੀ ਸੁਣੀ ਜਾਇਓ। ਮੈਂ ਕੱਲ ਵੀ ਬੇਨਤੀ ਕੀਤੀ ਸੀ ਵੀ ਸੁਣਿਓ ਗੁਰੂ ਬਾਬੇ ਨੇ ਰਿਸ਼ਤੇ ਕਿਵੇਂ ਨਿਭਾਏ ਆ, ਤੇ ਅਸੀਂ ਛੋਟੀਆਂ ਛੋਟੀਆਂ ਗੱਲਾਂ ਤੇ ਚੀਕਾਂ ਮਾਰਦੇ ਫਿਰਦੇ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਪਸ਼ਟ ਜਵਾਬ ਦੇ ਦਿੱਤਾ, ਮੈਂ ਨਹੀਂ ਜਾਣਾ। ਜਵਾਬ ਕਿਉਂ ਦਿੱਤਾ? ਉਹ ਤੇ ਵਿਆਹ ਵੀ ਨਹੀਂ ਸੀ ਕਰਾਉਣਾ ਚਾਹੁੰਦੇ, ਉਹਨਾਂ ਦੀ ਚਾਹਤ ਨਹੀਂ ਸੀ। ਚਲੋ ਪਿਤਾ ਨੇ ਧੱਕਾ ਕੀਤਾ, ਪਰਿਵਾਰ ਨੇ ਕਿਹਾ, ਮਨਾ ਵੀ ਨਹੀਂ ਕੀਤਾ। ਅੱਜ ਜੈ ਰਾਮ ਜੀ ਨੇ ਕੁਝ ਮਾਨਵ, ਕੁਝ ਮਨੁੱਖ ਭੇਜੇ ਆ, ਜੋ ਚਲਦੇ ਚਲਦੇ ਪੱਖੋਂ ਕੇ ਰੰਧਾਵੇ ਪੁੱਜੇ ਨੇ। ਮੂਲ ਚੰਦ ਕੋ ਸਦਨ ਸੁਹਾਵਾ, ਪਹੁੰਚੀ ਜਾਏ ਸੰਦੇਸ਼ ਸੁਨਾਵਾ। ਉਹਦੇ ਚਲਦੇ ਚਲਦੇ ਮੂਲ ਚੰਦ ਜੀ ਦੇ ਘਰ ਪਹੁੰਚੇ, ਪਾਲਕੀ ਘਰ ਆਈ ਹੈ। ਜਦ ਉਹਨਾਂ ਵੇਖਿਆ ਬੜੇ ਖੁਸ਼ ਹੋਏ। ਚੱਲ ਸ਼ੁਕਰ ਹੈ ਲੈਣ ਤੇ ਆਇਆ ਕੋਈ ਨਹੀਂ, ਕੋਈ ਕਿਸੇ ਨੇ ਤੇ ਪਹਿਲ ਕੀਤੀ। ਕਹਿੰਦੀ ਉਹਨਾਂ ਆਏ ਹੋਏ ਮਨੁੱਖਾਂ ਨੂੰ ਜਲ ਪਾਣੀ ਛਕਾਇਆ। ਉਹਨਾਂ ਨੇ ਵੀ ਚਿੱਠੀ ਖੱਤ ਦਿੱਤਾ ਜੈ ਰਾਮ ਜੀ ਦਾ, ਪਰਮਾਨੰਦ ਜੀ ਦਾ, ਪੜ੍ਹਿਆ, ਪੜ੍ਹ ਕੇ ਬੜੇ ਖੁਸ਼ ਹੋਏ। ਅੱਜ ਦੀ ਰਾਤ ਤੋਂ 4 ਕੁਹਾਰ ਇੱਥੇ ਰਹੇ ਆ,
ਮੂਲ ਚੰਦ ਜੀ ਨੇ ਸੁੱਖ ਸਾਂਦ ਪੁੱਛੀ ਆ, ਮੋਦੀ ਖਾਨਾ ਕਿਵੇਂ ਚੱਲਦਾ ਹੈ, ਕੰਮ ਕਾਰ ਕਿਵੇਂ ਹੈ, ਗੁਰੂ ਸਾਹਿਬ ਕਿੱਥੇ ਆ, ਦੱਸਿਆ। ਕਹਿੰਦੇ ਜੀ ਉਹਨਾਂ ਕੋਲ ਸਮਾਂ ਹੀ ਨਹੀਂ ਹੁੰਦਾ ਕੰਮ ਤੋਂ ਬਿਨਾਂ। ਉਹ ਬੜੇ ਖੁਸ਼। ਆਪਣੀ ਪਤਨੀ ਨੂੰ ਕਹਿੰਦੇ ਵੇਖ ਮੇਰੇ ਜਵਾਈ ਕੋਲ ਸਿਰ ਖੁਰਕਣ ਦਾ ਟਾਈਮ ਨਹੀਂ, ਆਖੋ ਸਤਨਾਮ ਇੰਨੀ ਕਮਾਈ ਕਰਦਾ। ਸਮਾਜ ਆਪਣੇ ਹਿਸਾਬ ਨਾਲ ਸੋਚਦਾ। ਹਰ ਬੰਦੇ ਦੀ ਜ਼ਿੰਦਗੀ ਆ ਕਿ ਉਹ ਜਿਵੇਂ ਤੁਹਾਨੂੰ ਠੀਕ ਲੱਗਦਾ ਸੋਚੀ ਚੱਲੋ। ਇਹਦਾ ਕਿਹੜਾ ਬੇਲਾ ਹੁੰਦਾ, ਕੋਈ ਗੱਲ ਤਾਂ ਨਹੀਂ ਹੁੰਦਾ। ਸੋਚੋ, ਚੰਗਾ ਸੋਚੋ, ਮਾੜਾ ਸੋਚੋ। ਮੂਲ ਚੰਦ ਜੀ ਨੇ ਸਤਿਗੁਰਾਂ ਦੀ ਸਿਫਤ ਕੀਤੀ ਹੈ। ਕਹਿੰਦੇ ਵੇਖੋ ਉਹਨਾਂ ਕੋਲ ਇੰਨਾ ਵੀ ਸਮਾਂ ਨਹੀਂ ਵੀ ਆਪਣੀ ਪਤਨੀ ਨੂੰ ਲੈ ਜਾਣਾ। ਐਡੇ ਕਮਾਊ ਪੁੱਤ ਹਨ ਕਰ ਵਿਚਾਰ ਤਬ ਚੰਦੋ ਭਾਗੀ, ਸੁਤਾ ਸੰਨੇਹ ਵਿਖੇ ਅਨਰਾਗੀ। ਸਤਿਗੁਰਾਂ ਦੀ ਸੱਸ ਚੰਦੋ ਰਾਣੀ ਆਪਣੀ ਪੁੱਤਰੀ ਕੋਲ ਬੈਠੀ ਆਪਣੇ ਜਵਾਈ ਦੀਆਂ ਸਿਫਤਾਂ ਕਰਦੀ ਹੈ। ਸਿਫਤਾਂ ਦੇ ਵੀ ਪੁਲ ਬੰਨੇ ਪਏ ਹੋ ਜੀ। ਬਸ ਬੀਬੀਆਂ ਤੋਂ ਬਚੋ ਭਾਈ। ਪੁਲ ਬਹੁਤ ਵੱਡੇ ਬੰਨ੍ਹਦੀਆਂ ਸਿਫਤਾਂ ਦੇ, ਮੁੜ ਕੇ ਡਾਇਵਰਜਨ ਲਾ ਦਿੰਦੀਆਂ ਨੇ ਵੀ ਇਹ ਰਸਤਾ ਖਰਾਬ ਹੈ, ਮੰਜ਼ਿਲ ਤੇ ਨਹੀਂ ਪਹੁੰਚਦਾ। ਆਖੋ ਸਤਿਨਾਮ। ਖਤਮ ਪੁਲ ਦਾ ਕੰਮ ਹੀ ਕੋਈ ਨਹੀਂ। ਚੰਦੋ ਰਾਣੀ ਨੇ ਸੱਸ ਨੇ ਸਤਿਗੁਰਾਂ ਦੀ ਇੰਨੀ ਸਿਫਤ ਕੀਤੀ, ਇੰਨੀ ਸਿਫਤ ਕੀਤੀ ਤੇ ਮੂਲ ਚੰਦ ਜੀ ਕਿਤੇ ਨਾ ਕਿਤੇ ਚੁੱਪ ਕਰ ਜਾਂਦੇ ਆ ਵੀ ਲੋੜ ਤੋਂ ਵੱਧ ਕੇ ਸਿਫਤ ਕਰਦੇ ਆ। ਜਿੰਨੀਆਂ ਸਿਫਤਾਂ ਇਹ ਕਰਦੇ ਨੇ ਮੈਨੂੰ ਨਹੀਂ ਲੱਗਦਾ ਵੀ ਸਾਡਾ ਜਵਾਈ ਇਦਾਂ ਦਾ ਹੈ, ਕਿਉਂਕਿ ਮਰਦ ਚੁੱਪ ਚੁੱਪ ਹੀ ਰਹੇ ਆ, ਬਹੁਤਾ ਬੁਲਾਇਆ ਨਹੀਂ। ਅਸੀਂ ਸਿਆਣਾ ਉਸ ਬੰਦੇ ਨੂੰ ਸਮਝਦੇ ਆ ਜਿਹੜਾ ਬਹੁਤਾ ਬੋਲੇ, ਤੇ ਬਹੁਤਾ ਚੁੱਪ ਰਹੇ ਤਾਂ ਵੀ ਚੰਗਾ ਸਮਝਦੇ ਆ। ਵਿੱਚ ਵਿਚਾਲੇ ਵਾਲੇ ਨੂੰ ਤੇ ਦੁਨੀਆ ਬੰਦਾ ਹੀ ਨਹੀਂ ਸਮਝਦੀ। ਮੂਲ ਚੰਦ ਜੀ ਦੇ ਅੰਦਰ ਜ਼ਰੂਰ ਹੈ ਵੀ ਆਪ ਕਿਉਂ ਨਹੀਂ ਆਏ, ਦਿਲ 'ਚ ਗੱਲ ਹੈ ਪਰ ਬੋਲ ਕੇ ਆਖੀ ਨਾ। ਵੱਡ ਭਾਗਨ ਕੀ ਕੀਨੀ ਤਿਆਰੇ, ਦੀਨੀ ਸੰਗ ਸੋਜ ਤਿਨ ਭਾਰੀ। ਮਾਂ ਨੇ ਆਪਣੀ ਪੁੱਤਰੀ ਨੂੰ ਸੁਹਾਗਣ ਹੋਣ ਦਾ ਫੇਰ ਵਰ ਦਿੱਤਾ, ਬਚਨ ਗਿਆ। ਸੋਹਣੇ ਸੋਹਣੇ ਵਸਤਰ, ਵਰੀਆਂ ਉਹਨਾਂ ਸਮਿਆਂ ਦੀਆਂ, ਕਿ ਵਰੀਆਂ ਦਾ ਜ਼ਮਾਨਾ ਹੁੰਦਾ ਸੀ। ਹੁਣ ਕੌਣ ਪਾਉਂਦਾ ਹੈ? ਹੁਣ ਤੇ ਜਿਹਦਾ ਵਿਆਹ ਜੀ ਉਹਦਾ ਬਸ ਚੱਲੇ ਉਹ ਵੀ ਜੀਨ ਪਾ ਗਿਆ ਜੀ। ਚੱਲਦਾ ਟ੍ਰੈਂਡ ਅੱਜ ਕੱਲ੍ਹ ਤੇ ਕਲਯੁਗ ਦਾ ਉਹ ਜ਼ਮਾਨਾ ਹੈ। ਪਰ ਉਹਨਾਂ ਸਮਿਆਂ 'ਚ ਵਰੀਆਂ ਦੀਆਂ ਰਵਾਇਤਾਂ ਸੀ। ਕਹਿੰਦੇ ਮਾਂ ਨੇ ਆਪਣੀ ਧੀ ਵਾਸਤੇ ਕੁਛ ਵਰੀਆਂ ਬਣਵਾਈਆਂ ਸੀ, ਕੁਛ ਫੁਲਕਾਰੀਆਂ ਬੜੇ ਪਿਆਰ ਨਾਲ ਦਿੱਤੀਆਂ ਜੀ। ਉਸ ਪਾਲਕੀ ਦੇ ਵਿੱਚ ਸਭ ਕੁਝ ਰੱਖਿਆ, ਕੁਛ ਮਠਿਆਈਆਂ, ਕੁਛ ਪਦਾਰਥ। ਗੁਰੂ ਨਾਨਕ ਸਾਹਿਬ ਜੀ ਦੇ ਵਾਸਤੇ ਸੋਹਣੇ ਸੋਹਣੇ ਵਸਤਰ ਉਹਨਾਂ ਮੰਗਾਏ ਸੀ, ਰੱਖੇ ਸੀ ਵੀ ਜਿਸ ਦਿਨ ਆਉਣਗੇ ਦੇ ਦਿਆਂਗੇ। ਪਰ ਮਰਦ ਨਹੀਂ ਆਏ। ਹੁਣ ਜੇ ਨਹੀਂ ਆਏ ਇਹਦਾ ਮਤਲਬ ਇਹ ਥੋੜਾ ਵੀ ਹੁਣ ਕੱਪੜੇ ਨਹੀਂ ਦੇਣੇ ਭਾਈ, ਆਊਗਾ ਤੇ ਲੈ ਜੂਗਾ। ਨਹੀਂ, ਉਹਨਾਂ ਜੋ ਕੁਝ ਸੀ ਸਰਦਾ ਬਣਦਾ ਰੱਜਿਆ ਪੁੱਜਿਆ ਤਾਂ ਹੈ। ਸਭ ਕੁਝ ਨੇਕ ਤੇ ਲਾਗ ਦੇ ਰੂਪ ਵਿੱਚ ਭੇਜਿਆ ਜੋ ਬਣਦਾ ਸੀ। ਆਪਣੀ ਧੀ ਨੂੰ ਵਸਤਰ ਦਿੱਤੇ ਆ, ਪਦਾਰਥ ਦਿੱਤੇ ਆ, ਸਤਿਗੁਰਾਂ ਦੇ ਭੈਣ ਜੀ ਵਾਸਤੇ, ਸਤਿਗੁਰਾਂ ਦੇ ਜੀਜਾ ਜੀ ਦੇ ਵਾਸਤੇ, ਪਰਮਾਨੰਦ ਜੀ ਵਾਸਤੇ, ਸਤਿਗੁਰਾਂ ਦੇ ਮਾਤਾ ਜੀ ਤ੍ਰਿਪਤਾ ਜੀ, ਪਿਤਾ ਕਾਲੂ ਜੀ, ਚਾਚਾ ਲਾਲ ਚੰਦ ਜੀ, ਅੱਗੇ ਉਹਨਾਂ ਦੀ ਪਤਨੀ। ਹੁਣ ਇਹ ਅੱਗੇ ਹੁੰਦਾ ਸੀ ਵੀ ਸਾਰੇ ਸ਼ਰੀਕੇ ਦੇ ਕੱਪੜੇ ਹੁੰਦੇ ਜਾਂਦੇ ਸੀ ਦੋਨੇ ਦਾ। ਕਹਿੰਦੇ ਸਾਰਿਆਂ ਦੇ ਵਸਤਰ ਦਿੱਤੇ, ਕਿਉਂਕਿ ਪਹਿਲੀ ਵਾਰ ਧੀ ਆਪਣੇ ਘਰ ਤੋਂ ਚੱਲੀ ਹੈ, ਪਹਿਲੀ ਵਾਰ ਜਾ ਰਹੀ ਹੈ। ਇਸ ਕਰਕੇ ਬਣਦਾ ਸੀ ਸਾਰੇ ਪਰਿਵਾਰ ਦਾ ਜੋ ਕੁਝ ਸੀ। ਸਤਿਗੁਰਾਂ ਦੇ ਦਾਦਾ ਸ਼ਿਵਦੱਤ ਜੀ ਦੇ ਵਸਤਰ ਕਹਿੰਦੇ ਸਭ ਕੁਝ ਦੇ ਕੇ ਉਹਨਾਂ ਵਿਦਾ ਕੀਤਾ ਏ। ਦੇਵੀ ਰੂਪ ਸੁਲਖਣੀ ਨਾਮਾ, ਚੜ ਡੋਰੇ ਗਮਨੀ ਅਬਰਾਮਾ। ਮਾਂ ਨੇ ਆਪਣੀ ਧੀ ਨੂੰ ਸ਼ੁਭ ਸਿੱਖਿਆ ਦਿੱਤੀ, ਪੁੱਤ ਬੋਲੀ ਨਾ ਬੋਲਦਾ, ਸਤਿਕਾਰ ਕਰੀ ਸਾਰਿਆਂ ਦਾ। ਭਾਵੇਂ ਧੀ ਕਿੰਨੀ ਵੀ ਸਿਆਣੀ ਹੈ ਪਰ ਫਿਰ ਵੀ ਮਾਂ ਦਾ ਫਰਜ਼ ਹੁੰਦਾ ਹੈ। ਉਹਨਾਂ ਬੜੇ ਪਿਆਰ ਦੇ ਬਚਨ ਸਮਝਾ ਕੇ ਡੋਲਾ ਤੋੜ ਦਿੱਤਾ। ਡੋਲਾ ਚੱਲਿਆ ਜੀ, 4 ਕੁਹਾਰਾਂ ਨੇ ਮੋਢਿਆਂ ਤੇ ਚੁੱਕਿਆ ਹੈ। ਕਹਿੰਦੇ ਪਾਲਕੀ ਚੱਲ ਪਈ ਸੁਲਤਾਨਪੁਰ ਲੋਧੀ। ਮਾਂ ਬਾਪ ਖੁਸ਼ ਹੈ, ਸ਼ੁਕਰ ਹੈ ਮੇਰੀ ਧੀ ਖੁਸ਼ ਹੈ, ਕਿਉਂਕਿ ਹਰ ਮਾਂ ਬਾਪ ਚਾਹੁੰਦਾ ਵੀ ਧੀਆਂ ਦੇ ਘਰ ਤੋਂ ਸੁੱਖੀ ਸਾਂਦੀ ਹਵਾ ਆਵੇ, ਖੁਸ਼ੀ ਨਾਲ। ਅੱਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਉਹਨਾਂ ਦੇ ਧਰਮ ਪਤਨੀ ਸੁਲੱਖਣੀ ਜੀ ਆਪਣੀ ਮੰਜ਼ਿਲ ਵੱਲ ਚੱਲ ਪਏ ਨੇ। ਦਾਸੀ ਸੰਗ ਲਏ ਪੁਰ ਆਏ, ਚਰਨ ਨਾਨਕੀ ਕੇ ਲਪਟਾਏ। ਹੁਣ ਇੱਥੇ ਨਾਲ ਮਾਤਾ ਸੁਲੱਖਣੀ ਜੀ ਦੇ ਇੱਕ ਉਹਨਾਂ ਦੀ ਦਾਸੀ ਹੈ। ਦਾਸੀ ਭਾਵ ਨੌਕਰਾਣੀ ਕਹਿ ਲਓ, ਸਾਫ ਰੱਖੋ, ਕਿਉਂਕਿ ਭੈਣ ਨਾਨਕੀ ਜੀ ਦੇ ਨਾਲ ਵੀ ਦਾਸੀ ਆਈ ਸੀ, ਤੁਲਸਾਂ। ਸ਼ਾਇਦ ਆਪ ਜੀ ਨੂੰ ਯਾਦ ਹੋਵੇ, ਪਿੱਛੇ ਜੇਕਰ ਆਇਆ ਸੀ, ਉਸ ਘਰ ਤੋਂ ਨਾਲ ਹੀ ਆ ਗਏ ਸੀ। ਕਹਿੰਦੇ ਦਾਸੀ ਵੀ ਆਈ,
जिस वेले डोला घर पहुंचिया सुलखणी जी उतरे ने भज के अपनी नणंद नानकी जी नूं मिले, पैरी हत्थ लाए, क्योंकि भैन नानकी जी उम्र विच भी वड्डे आ, सियाणे बहुत ने। उन्होंने हमेशा सिक्ख्या की गल की, अपने वीर प्रति वो इन्ना सॉफ्ट कॉर्नर रखते हैं, क्योंकि वो वीर नूं वीर नहीं जानते, वो परमात्मा जानते हैं। इस करके कभी उन्होंने अपनी भरजाई ने उहो जी सिक्ख्या नहीं दी भी मेरे वीर नूं सिद्धा करके रख, इहनूं समझा, पुछ किन्ने पैसे तेरे कोले। अजकल दी नणदां इहो काम करदियां, पहला भरजाइयां नूं सिक्ख्या दे जांदी है, मुड़ के जदों भरजाई उत्तों फड़ने दा औखा हो जांदा है, फिर रोज डांग सुट्टा। ये चलदा है परिवारां, सब दे घरां यही कुछ चलदा है। पर उन्हां समयां दे विच वेखो किन्नी सियाणप है, भैन नानकी अपनी भैन वांगू प्यार कर रही है। सुलखणी जी आए, मिले, गलवकड़ी पाके मिले, सुख सांद पुछी है, दीन असिखा कर सनमाना, सदन बसाई जो शुभ थाना। सोहनी थां ते बिठाया, आशीर्वाद दिता है, जल पानी भोजन पानी छकाया है। माता बारे पुछया, तुहाडी माता जी दा की हाल है, पिता जी दा की हाल है, पिंड किवें है सारा। कहते जी बड़ियां सोहणियां सोहणियां गल्लां होईयां, बड़े खुश सी। पर माता सुलखणी वेख रहे आ, साडी मां पति किथे आ, लैण ते आए नहीं, घर आया भी बैठे नहीं घरे। इन्ना ते होना चाहिए ना भी चल जे घर आए ने, पता है इस वेले डोले नहीं आ जाना, अगे ते होने चाहिए सी, नहीं आए, अपने समय नाल आउंदे आ। पर चलो उन्हां गुस्सा नहीं कीता, उन्हां नूं पता सी भी परोपकार दे काम बहुत करदे आ, दिन रात दुनिया दी सेवा करदे ने। केतक दिवस बिताए तहवा, हुतो न केत नानकी जवेहा। कुछ दिन बतीत होए, तकरीबन 15 ਕੁ ਦਿਨਾਂ ਦਾ ਸਮਾਂ ਬਤੀਤ ਹੋਇਆ। ਸਤਿਗੁਰਾਂ ਦੇ ਭੈਣ ਨਾਨਕੀ ਜੀ ਸੋਚਦੇ ਆ, ਕਿਉਂ ਨਾ ਮੈਂ ਆਪਣੇ ਵੀਰ ਨੂੰ ਆਪਣੇ ਵੱਲੋਂ ਸੋਹਣਾ ਜਿਹਾ ਘਰ ਬਣਾ ਕੇ ਦੇ ਦਿਆਂ। ਭੈਣ ਸੋਚਦੀ ਆਪਣੇ ਕੋਲੋਂ ਬਣਾ ਕੇ ਦੇ, ਇਹ ਹੁੰਦਾ ਭੈਣਾਂ ਦਾ ਫਰਜ਼। ਜੇ ਭੈਣ ਵੱਡੀ ਆ ਨਾ, ਭੈਣ ਕੋਲ 4 ਪੈਸੇ ਨੇ, ਭੈਣ ਚਾਹੁੰਦੀ ਮੈਂ ਆਪਣੇ ਵੀਰ ਦਾ ਕੁਝ ਬਣਾ ਦਿਆਂ। ਜੇ ਵੀਰ ਵੱਡਾ ਸੋਚਦਾ ਭੈਣ ਦਾ ਕੁਝ ਬਣਾ ਦੇ। ਪਰ ਅੱਜ ਕੱਲ ਭੈਣ ਕੋਟ ਜਾ ਖੜਦੀ ਆ ਵੀ ਇੰਨੇ ਕਿੱਲੇ ਮੇਰੇ ਨਾਂ ਨੇ, ਨਾ ਕਰਾ ਦੇਣੇ, ਅਗਲੀ ਵਾਰ ਰੱਖੜੀ ਬਣਾਉਣਾ ਹੀ। ਇਹ ਜ਼ਮਾਨਾ ਚੱਲਦਾ ਹੁਣ, ਰਿਸ਼ਤੇ ਰਿਸ਼ਤੇ ਕਿਹੜੇ ਆ। ਭੈਣ ਨਾਨਕੀ ਨੇ ਆਪਣੇ ਪਤੀ ਨਾਲ ਸਲਾਹ ਕੀਤੀ। ਹੁਣ ਜੇ ਪਤੀ ਉਹਨਾਂ ਦੇ ਇਹੋ ਜਿਹੇ ਹੁੰਦੇ, ਉਹਨਾਂ ਕਹਿਣਾ ਸਾਨੂੰ ਕੀ ਲੋੜ ਹੈ, ਇੰਨੀ ਜ਼ਮੀਨ ਆ, ਪਟਵਾਰੀ ਦਾ ਮੁੰਡਾ, ਇੱਥੇ ਕਿਉਂ ਰੱਖਣਾ ਸੀ, ਜਾ ਪਿੰਡ। ਨਹੀਂ, ਜੈਰਾਮ ਸੁਣ ਕੇ ਬੜੇ ਖੁਸ਼ ਹੋਏ, ਕਹਿੰਦੇ ਮੇਰੇ ਮਨ ਵਿੱਚ ਵੀ ਬੜੀ ਵਾਰ ਆਉਂਦਾ ਸੀ ਵੀ ਇਹਨਾਂ ਦਾ ਆਪਣਾ ਸੋਹਣਾ ਜਿਹਾ ਘਰ ਹੋਵੇ, ਹੋਵੇ ਵੀ ਨਾਲੀ, ਮਤਲਬ ਘਰ ਦੇ ਨਾਲ ਜਿਹੜੀ ਥਾਂ ਪਈ ਆ ਉੱਥੇ ਛੱਤ ਦੇਈਏ, ਵਿਹੜਾ ਇੱਕ ਹੋਵੇ, ਚੰਗਾ ਲੱਗਦਾ ਹੈ, ਆਪਣਾ ਘਰ ਹੋਵੇ। ਕਿਉਂਕਿ ਹੁਣ ਸਤਿਗੁਰਾਂ ਦੇ ਸਹੁਰਾ ਸਾਹਿਬ ਵੀ ਆਉਂਦੇ ਜਾਂਦੇ ਰਹਿੰਦੇ ਆ, ਕਦੇ ਸੱਸ ਨੇ ਵੀ ਆਉਣਾ, ਉਧਰ ਭੈਣ ਨਾਨਕੀ ਜੀ ਦੇ ਰਿਸ਼ਤੇਦਾਰ ਵੀ ਆਉਂਦੇ ਜਾਂਦੇ ਰਹਿੰਦੇ, ਵੀ ਚਲੋ ਰਹਿਣ ਇਕੱਠੇ, ਪਰ ਮਕਾਨ ਦੇ ਆਪਣਾ ਆਪਣਾ ਹੋਵੇਗਾ, ਬਣਾ ਕੇ ਅਸੀਂ ਦੇਣਾ। ਇਹ ਨਹੀਂ ਕਿਹਾ ਗੁਰੂ ਸਾਹਿਬ ਨੂੰ ਵੀ ਤੁਸੀਂ ਕਮਾਉਣੇ ਹੋ, ਜੇ ਆਪਣਾ ਘਰ ਬਣਾਓ ਕਿਤੇ ਹੋਰ ਦੇਖੋ। ਅੱਜ ਦੀ ਭੈਣ ਕਿੰਨੀ ਕੁ ਦੇਰ ਰੱਖ ਸਕਦੀ ਭਰਾ ਨੂੰ ਘਰੇ? ਨਹੀਂ। ਭਰਾ ਭੈਣ ਨੂੰ ਕਿੰਨੀ ਦੇਰ ਘਰੇ ਰੱਖ ਸਕਦਾ? ਨਹੀਂ, ਔਖਾ ਹੀ ਹੈ, ਕੋਈ ਵਿਰਲਾ ਹੋਊਗਾ। ਪਰ ਭੈਣ ਨਾਨਕੀ ਦੀ ਸਲਾਹ ਸੁਣ ਕੇ ਪਰਮਾਨੰਦ ਵੀ ਬਹੁਤ ਖੁਸ਼ ਹੋਏ। ਨਹੀਂ ਤੇ ਅੱਜ ਕੱਲ੍ਹ ਵਾਲਾ ਕਹਿੰਦਾ ਹਰੇਕ ਬੰਦਾ ਉਹ ਬੜੀ ਸਿਆਣੀ, ਆਪਣੇ ਪੇਕਿਆਂ ਨੂੰ ਵੇਖ ਲਾ, ਭਰਾ ਨੂੰ ਘਰ ਬਣਾ ਕੇ ਦਿੰਦੀ ਹੈ, ਕਹਿ ਸਕਦੇ ਨਾ ਚਾਹੇ। ਤੇ ਜੈਰਾਮ ਕਿੰਨੇ ਭੋਲੇ ਭਾਲੇ, ਕਿੰਨੇ ਚੰਗੇ ਆ, ਕਹਿੰਦੇ ਮੇਰਾ ਚਿੱਤ ਕਰਦਾ ਮੈਂ ਘਰ ਬਣਾ ਕੇ ਦਿਆਂ ਉਹਨਾਂ ਨੂੰ ਆਪਣੇ ਵੱਲੋਂ, ਕਿਉਂਕਿ ਉਹ ਜੋ ਕਮਾਉਂਦੇ ਉਹ ਤੇ ਲੋਕਾਂ ਦੇ ਲਾ ਦਿੰਦੇ ਆ, ਉਹ ਕੁਝ ਇਕੱਠਾ ਕਰਦੇ ਨਹੀਂ। ਬੋਹਰ ਨਿਰਾਰਾ ਹਰਮ ਬਣਾਵਾ, ਸਰਵ ਰਤਨ ਮਹੇਸ਼ ਭਗ ਸੁਹਾਵਾ। ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛਿਆ ਹੀ ਪੁੱਛਣਾ, ਕਿਉਂਕਿ ਜੇ ਪੁੱਛਣਗੇ ਉਹਨਾਂ ਨੇ ਕੋਈ ਹਾਮੀ ਨਹੀਂ ਭਰਨੀ ਵੀ ਬਣਾ ਕੇ ਦਿਓ, ਵਧੀਆ ਬਣਾਇਓ, ਕੋਈ ਮਤਲਬ ਨਹੀਂ ਹੁੰਦਾ, ਬੇਪਰਵਾਹ ਨੇ। ਆਖਰਕਾਰ ਸਤਿਗੁਰਾਂ ਦੇ ਜੀਜਾ ਜੀ ਨੇ ਘਰ ਬਣਾਤਾ। ਇਹਨਾਂ ਨੇ ਇਸ ਕਰਕੇ ਬਣਾਇਆ ਵੀ ਗੁਰੂ ਸਾਹਿਬ ਸਾਡਾ ਨਗਰ ਛੱਡ ਕੇ ਨਾ ਜਾਣ। ਇੰਨਾ ਪਿਆਰ ਸੀ ਵੀ ਛੱਡ ਕੇ ਨਾ ਜਾਣ, ਇੱਥੇ ਹੀ ਵਸਣ। ਕਿਤੇ ਨਾ ਹੋਵੇ ਇੱਥੇ ਸੋਚਣ ਵੀ ਭੈਣ ਜੀ ਦੇ ਘਰ ਰਹਿੰਦੇ ਆ, ਸਾਨੂੰ ਰਹਿਣਾ ਨਹੀਂ ਚਾਹੀਦਾ, ਪਿੰਡ ਚਲੇ ਜਾਂਦੇ ਆ, ਕਿਉਂਕਿ ਉਹਨਾਂ ਦਾ ਜੀ ਨਹੀਂ ਸੀ ਕਰਦਾ। ਜੈ ਰਾਮ ਜੀ। ਗੁਰੂ ਸਾਹਿਬ ਨੇ ਬੜਾ ਸੋਹਣਾ ਅਲੀਸ਼ਾਨ ਘਰ ਬਣਾਤਾ। ਕਹਿੰਦੇ ਘਰ ਵੀ ਇੱਦਾਂ ਹੀ ਸੀ, ਇਹਨਾਂ ਦੇ ਘਰ ਦੇ ਬਿਲਕੁਲ ਸਾਹਮਣੇ ਵਿਹੜਾ ਇੱਕੋ ਹੀ ਹੈ, ਅਲੱਗ ਜਿਹਾ ਘਰ ਬਣਾਤਾ। ਆਪਣੇ ਘਰ ਤੋਂ ਵੀ 4 ਚੰਨ ਲਾਏ, ਬੜਾ ਸੋਹਣਾ ਬਣਾਇਆ। ਕਹਿੰਦੇ ਇੰਨਾ ਸੋਹਣਾ ਘਰ ਸੀ ਉਹਨਾਂ ਸਮਿਆਂ ਦਾ, ਗਰਮੀ ਸਰਦੀ ਬੜਾ ਕੰਫਰਟੇਬਲ ਸੀ। ਇਕੱਲਾ ਘਰ ਨਹੀਂ ਬਣਾਇਆ, ਘਰ ਦੇ ਵਿੱਚ ਸੋਹਣੇ ਸੋਹਣੇ ਵਸਤਰ,
ਸੋਹਣੇ ਪਲੰਗੇ ਸੋਹਣੇ ਬਰਤਨ ਉਹਨਾਂ ਆਪ ਪਾਏ ਨੇ। ਭਾਜਨ ਆਦ ਸੋਜ ਜੋ ਚਹੀਆ ਸਭਿਆ ਨਵਾਈ ਧਰੀ ਘਰ ਮਹੀਆ। ਇੱਕੋ ਦਿਨ ਦੇ ਵਿੱਚ ਜੈ ਰਾਮ ਜੀਆਂ ਨੇ ਸਾਰਾ ਕੁਝ ਮੰਗਾ ਕੇ ਘਰ ਭਰਤਾ। ਜੋ ਕੁਝ ਸੀ ਰਾਸ਼ਨ ਤੋਂ ਲੈ ਕੇ ਪਦਾਰਥਾਂ ਤੱਕ ਵਸਤਰਾਂ ਤੱਕ ਕੋਈ ਚੀਜ਼ ਐਸੀ ਨਹੀਂ ਸੀ ਜੋ ਨਾ ਪਾਈ ਹੋਵੇ ਘਰ 'ਚ। ਫੁੱਲੀ ਫਰਨਿਸ਼ਡ ਸਾਰਾ ਘਰ ਤਿਆਰ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬੇਨਤੀ ਕੀਤੀ, ਕਹਿੰਦੇ ਸੱਚੇ ਪਾਤਸ਼ਾਹ ਆ ਵੀ ਘਰ ਤੁਹਾਡਾ ਹੈ, ਆ ਵੀ ਤੁਹਾਡਾ ਹੈ। ਅਸੀਂ ਚਾਹੁੰਦੇ ਆ ਵੀ ਤੁਹਾਨੂੰ ਸ਼ਗਨ ਤੇ ਅਸੀਂ ਦਿੱਤਾ ਕੁਛ ਨਹੀਂ, ਸਾਡੇ ਵੱਲੋਂ ਆ ਨਾ ਚੀਜ਼ ਜਿਹਾ ਤੋਹਫਾ ਹੈ, ਪ੍ਰੇਮ ਦੀ ਭੇਟ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਆਪਣੇ ਜੀਜਾ ਜੀ ਦੇ ਹੱਥ ਫੜ ਕੇ ਕਹਿੰਦੇ ਜੀਜਾ ਜੀ ਇਹ ਕਿਉਂ ਕੀਤਾ ਹੈ? ਨਹੀਂ ਸੀ ਚਾਹੀਦਾ। ਕਿਉਂ ਬਣਾਇਆ ਘਰ? ਕਿਉਂਕਿ ਗੁਰੂ ਸਾਹਿਬ ਹੁਣ ਰਾਤਾਂ ਕੱਟਦੇ ਆ ਮੋਦੀ ਖਾਨੇ, ਉੱਥੇ ਹੀ ਰਹਿੰਦੇ ਭਾਈ ਬਾਲਾ ਜੀ। ਘਰ ਤੇ ਬਹੁਤ ਘੱਟ ਆਉਂਦੇ ਸੀ, ਪਰ ਮਰਦ ਨੇ ਵੇਖਿਆ ਵੀ ਇਹ ਪ੍ਰੇਮ ਬੜਾ ਕਰਦੇ ਆ, ਜੇ ਇਹਨਾਂ ਦੀ ਗੱਲ ਲੋੜੀ ਮਨ ਉਦਾਸ ਹੋਵੇਗਾ। ਸਰਪੀ ਸਿਤਾ ਅਨਜੋ ਨੀਕੇ ਆਨ ਤਰੇ ਸਭ ਭਾਵਤ ਜੀ ਕੇ। ਭਾਈ ਬਾਲਾ ਜੀ ਦੱਸ ਰਹੇ ਨੇ, ਕਹਿੰਦੇ ਐ ਗੁਰੂ ਅੰਗਦ ਦੇ ਮਹਾਰਾਜ ਉਹਨਾਂ ਸਮਿਆਂ ਦਾ ਗੁੜ ਘਿਓ ਸ਼ੱਕਰ ਲੂਣ ਮਿਰਚ ਆਟਾ ਮਸਾਲਾ ਪਰ ਜੋ ਕੁਝ ਵੀ ਸੀ, ਕਹਿੰਦੇ ਹਰ ਚੀਜ਼ ਇਸ ਘਰ 'ਚ ਰੱਖੀ ਗਈ ਹੈ। ਬੜਾ ਸੋਹਣਾ ਘਰ ਬਣਾਇਆ, ਪੱਕਾ ਘਰ ਸੀ, ਬੜਾ ਵਧੀਆ ਸੀ। ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕੋਈ ਫਰਕ ਨਹੀਂ ਪਿਆ, ਖੁਸ਼ ਨਹੀਂ ਹੋਏ ਘਰ ਵੇਖ ਕੇ ਵੀ ਲੈ ਸਾਡਾ ਘਰ ਬਣ ਗਿਆ, ਆਪਣਾ ਬਣ ਗਿਆ, ਕੋਈ ਮਤਲਬ ਨਹੀਂ। ਹਾਂ, ਸਤਿਗੁਰਾਂ ਦੇ ਧਰਮ ਪਤਨੀ ਸਾਡੇ ਮਾਤਾ ਸੁਲੱਖਣੀ ਜੀ ਬੜੇ ਪਸੰਦ ਵੀ ਚਲੋ ਸਾਡਾ ਆਪਣਾ ਘਰ ਤੇ ਹੈ ਸੁਲਤਾਨਪੁਰ ਲੋਧੀ ਦੇ ਵਿੱਚ, ਭੈਣ ਨਾਨਕੀ ਨੇ ਬਣਾ ਕੇ ਦਿੱਤਾ ਹੈ, ਉਹਨਾਂ ਬੜੇ ਪਿਆਰ ਵਿੱਚ ਬਖਸ਼ਿਆ ਹੈ। ਤੇ ਗੁਰੂ ਸਾਹਿਬ ਆਨੰਦ ਜੀ ਰਹਿੰਦੇ ਸੀ, ਉਹਨਾਂ ਨੇ ਭੈਣ ਜੀ ਨੂੰ ਨਹੀਂ ਪੁੱਛਿਆ ਕਿਉਂ ਬਣਾਇਆ, ਕਿਸ ਲਈ ਬਣਾਇਆ, ਅਸੀਂ ਨਹੀਂ ਸੀ ਰਹਿਣਾ। ਪਰ ਜੀਜਾ ਜੀ ਨੇ ਜ਼ਰੂਰ ਕਹਿਤਾ ਵੀ ਤੁਸੀਂ ਖੇਚਲ ਕਿਉਂ ਕੀਤੀ ਹੈ। ਭੈਣ ਜੀ ਨੂੰ ਸੁਣਾਈ ਨਹੀਂ ਦਿੰਦੇ, ਉਹਨਾਂ ਨੂੰ ਪਤਾ ਭੈਣ ਸਾਨੂੰ ਸਮਝਦੀ ਹੈ, ਭੈਣ ਜੀ ਜਾਣਦੇ ਹਨ। ਦੋਹਰ ਕੰਚਨ ਭੂਖਨ ਨਗ ਜਟੇ ਪਹਿਰਾਏ ਕਰਵਾਏ ਹਰਖੀ ਔਰ ਬਹੁ ਨਾਨਕੀ ਭਰਾਤਾ ਭੋਨ ਬਸਾਏ। ਭਰਾ ਦਾ ਘਰ ਵਸਾ ਕੇ ਭੈਣ ਨਾਨਕੀ ਇੱਥੋਂ ਤੱਕ ਨਹੀਂ ਰੁਕੀ, ਕਹਿੰਦੀ ਉਹਨਾਂ ਨੇ ਸੁਨਿਆਰ ਬੁਲਾ ਕੇ ਸੋਨੇ ਦੇ ਗਹਿਣੇ ਕਢਵਾਤੇ ਜੀ। ਮਨ ਚਾਹੁੰਦੇ ਵਧੀਆ ਤੋਂ ਵਧੀਆ ਗਹਿਣੇ ਬਣਵਾ ਕੇ ਆਪਣੀ ਭਰਜਾਈ ਜੀ ਨੂੰ ਤੋਹਫੇ ਵਜੋਂ ਦਿੰਦੇ। ਤੇ ਹੁਣ ਮਾਤਾ ਸੁਲੱਖਣੀ ਸਾਡੇ ਉਹ ਕਿੰਨਾ ਪ੍ਰੇਮ ਕਰਦੇ, ਉਹ ਤੇ ਪਹਿਲਾਂ ਹੀ ਬੜਾ ਪਿਆਰ ਕਰਦੇ ਸੀ। ਉਹਨਾਂ ਵੇਖਿਆ ਵੀ ਅਸੀਂ ਇਹਨਾਂ ਦਾ ਕੀ ਦੇਣ ਦੇ ਸਕਦੇ ਹਾਂ, ਜਿਨ੍ਹਾਂ ਨੇ ਸਾਨੂੰ ਘਰ ਬਣਾ ਕੇ ਦਿੱਤਾ, ਆਪਣੇ ਕੋਲੇ ਰੱਖਿਆ, ਅੱਜ ਵੀ ਸਾਡੇ ਨਾਲ ਖੜੇ ਆ, ਇਹ ਤੋਂ ਉੱਪਰ ਕੀ ਹੋ ਸਕਦਾ। ਭੈਣ ਨਾਨਕੀ ਜੀ ਨੇ ਬੜਾ ਚਾਅ ਕੀਤਾ, ਕਹਿੰਦੇ ਇੰਨੇ ਉਹ ਖੁਸ਼ ਕਦੇ ਆਪਣੀ ਜ਼ਿੰਦਗੀ 'ਚ ਨਹੀਂ ਹੋਏ ਹੋਣੇ ਜਿੰਨਾ ਦੇਖ ਕੇ ਖੁਸ਼ ਹੋਏ ਆ। ਕਿਤੇ ਨਾ ਕਿਤੇ ਖੁਸ਼ੀ ਹੈ, ਵੀਰ ਮੇਰੇ ਦਾ ਘਰ ਵਸਿਆ, ਮੇਰਾ ਵੀਰ ਨਗਰ ਸ਼ਹਿਰ ਪਿੰਡ ਨੂੰ ਛੱਡ ਕੇ ਜਾਵੇ ਨਾ। ਚੌਪਈ ਕਮਲ ਬਦਨ ਨਿਜ ਸਦਨ ਨਾ ਆਵੇ ਆਪਨ ਪਰ ਨਿਸ ਦਿਓ ਸੁਬਤਾਵੇ। ਇਸ ਘਰ ਬਣਾਏ ਦਾ ਇਫੈਕਟ ਕੀ ਹੋਇਆ? ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਵੇਖਿਆ ਵੀ ਘਰ ਬਣਾ ਕੇ ਦਿੱਤਾ ਸਾਨੂੰ, ਪਦਾਰਥ ਵੀ ਦਿੱਤੇ, ਇਹਨਾਂ ਮਾਇਆ ਪਦਾਰਥਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਸਤਿਗੁਰ ਕਹਿੰਦੇ ਵਾਲਿਆ ਤੂੰ ਬੇਸ਼ੱਕ ਭਾਈ ਜੀਜਾ ਜੀ ਕੋਲ ਚਲੇ ਜਾਇਆ ਕਰ, ਜੇ ਤੇਰੀ ਮਰਜ਼ੀ ਹੈ, ਤੇਰੀ ਮੌਜ ਹੈ, ਪਰ ਮੈਂ ਅੱਜ ਤੋਂ ਬਾਅਦ ਘਰ ਨਹੀਂ ਜਾਣਾ। ਕਹਿੰਦੇ ਮਹਾਰਾਜ ਕਿਉਂ? ਸੱਚੇ ਪਾਤਸ਼ਾਹ ਕਹਿੰਦੇ ਅਸੀਂ ਮੋਦੀਖਾਨੇ 'ਚ ਹੀ ਸੋਇਆ ਕਰਨਾ, ਸਾਡਾ ਭੋਜਨ ਇੱਥੇ ਹੀ ਰਹਿ ਆਇਆ। ਭਾਈ ਘਰ ਜਾਣ ਨੂੰ ਚਿੱਤ ਨਹੀਂ ਕਰਦਾ, ਇੱਕਦਮ ਸੁਭਾਅ ਚੀਜ਼, ਇੱਕਦਮ। ਹੁਣ ਪਰਿਵਾਰ ਨੂੰ ਰਾਸ ਆਊਗੀ ਚੀਜ਼, ਜਿੰਨਾ ਏਡਾ ਵੱਡਾ ਘਰ ਬਣਾ ਕੇ ਦਿੱਤਾ, ਇੰਨਾ ਸੋਹਣਾ ਸਭ ਕੁਝ ਕਰਕੇ ਦਿੱਤਾ, ਇਸੇ ਵਾਸਤੇ ਅਸੀਂ ਗੁਰੂ ਸਾਹਿਬ ਆਮੋ ਸਾਹਮਣੇ ਸਾਡੇ ਰਹਿਣੇ ਇਕੱਠੇ ਰਵਾਂਗੇ। ਪਰ ਮਹਾਰਾਜ ਸੱਚੇ ਪਾਤਸ਼ਾਹ ਨੇ ਸਪਸ਼ਟ ਕਹਿ ਦਿੱਤਾ ਬਾਲਿਆ ਸਾਡਾ ਉਸ ਮਹਿਲ ਵਿੱਚ ਚਿੱਤ ਨਹੀਂ ਲੱਗਦਾ। ਆਖੋ ਸਤਿਨਾਮ। ਨਹੀਂ ਚੰਗੇ ਲੱਗਦੇ ਮਹਿਲ ਲੋਕਾਂ, ਇਹ ਅਟਾਰੀਆਂ ਸਾਨੂੰ ਭਾਉਂਦੀਆਂ ਨਹੀਂ। ਜੇ ਕਬ ਆਵੇਂ ਦੀਨਨ ਨਾਥਾ ਭਨਤ ਨਾ ਬਚਨ ਸੁਲੱਖਣੀ ਸਾਥਾ। ਘਰ ਆਉਣਾ ਬੰਦ ਕਰਤਾ, ਕਦੇ ਕਦਾਈ ਆਉਂਦੇ ਆ, ਮਹੀਨੇ 'ਚ ਇੱਕ ਅੱਧੀ ਵਾਰ ਆ ਜਾਣਾ। ਕਹਿੰਦੀ ਉਹ ਵੀ ਆਉਣਾ ਕਾਹਦਾ ਹੀ ਆਉਣਾ? ਭਾਈ ਬਾਲਾ ਜੀ ਦੱਸ ਰਹੇ ਆ ਗੁਰੂ ਸਾਹਿਬ ਨੂੰ, ਕਹਿੰਦੇ ਜਦੋਂ ਘਰੇ ਆਉਣਾ ਆਪਣੀ ਪਤਨੀ ਸੁਲੱਖਣੀ ਨੂੰ ਬੁਲਾਉਣਾ ਹੀ ਨਹੀਂ।
ਉਹਨਾਂ ਲਿਆ ਕੇ ਪਾਣੀ ਦੇਣਾ, ਪੀ ਲੈਣਾ, ਭੋਜਨ ਛਕਾਇਆ, ਛਕ ਲੈਣਾ। ਕਦੇ ਨਹੀਂ ਪੁੱਛਿਆ ਤੁਹਾਡਾ ਹਾਲ ਕੀ ਹੈ, ਤੁਸੀਂ ਕਿਵੇਂ ਰਹਿੰਦੇ ਹੋ, ਮਨ ਲੱਗਾ ਨਹੀਂ ਲੱਗਾ। ਕਹਿੰਦੇ ਕੋਈ ਵੀ ਫਰਜ਼ ਅਦਾ ਨਾ ਕੀਤਾ। ਫਰਜ਼ ਕੀ ਅਦਾ ਕਰਨੇ, ਬੁਲਾਉਂਦੇ ਹੀ ਨਹੀਂ, ਬੁਲਾਉਣਾ ਹੀ ਛੱਡਤਾ। ਜਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪਣੀ ਧਰਮ ਪਤਨੀ ਨੂੰ ਨਹੀਂ ਬੁਲਾਉਂਦੇ, ਬਾਕੀ ਸਭ ਨੂੰ ਬੁਲਾਉਂਦੇ ਆ। ਜੀਜਾ ਜੀ ਬੁਲਾ ਲੈਂਦੇ ਆ, ਜਵਾਬ ਦੇ ਦਿੰਦੇ ਆ, ਭੈਣ ਜੀ ਬੁਲਾ ਲੈਂਦੇ, ਜਵਾਬ ਦੇ ਦਿੰਦੇ, ਪਰ ਆਪਣੀ ਪਤਨੀ ਨਾਲ ਮਨ ਨਹੀਂ ਮਿਲਾਇਆ, ਚਿੱਤ ਨਾ ਮਿਲਾਇਆ। ਸੁਲੱਖਣੀ ਜੀ ਕਦੋਂ ਤੱਕ ਬਰਦਾਸ਼ਤ ਕਰਨਗੇ? ਮਹੀਨਾ, 2 ਮਹੀਨਾ, 3 ਮਹੀਨਾ। ਜਦੋਂ ਪਤੀ ਨਾ ਬੋਲੇ ਚੰਗਾ ਲੱਗਦਾ। ਅਜੇ ਵਿਆਹ ਹੋਏ ਨੂੰ 1-1.5 ਮਹੀਨਾ ਹੋਇਆ ਸਾਡਾ, 1-1.5 ਮਹੀਨਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਪਹਿਲਾਂ ਤੇ ਘਰ ਨਹੀਂ ਆਉਂਦੇ, ਜੇ ਆਉਂਦੇ ਨੇ ਧਰਮ ਪਤਨੀ ਨਾਲ ਉਹ ਬੋਲਦੇ ਨਹੀਂ। ਕਿੰਚਤ ਪ੍ਰੀਤ ਨਾ ਚਿਤ ਨਾ ਕਰੇ, ਆਨ ਦਰਬ ਕਛ ਧਾਮ ਨ ਧਰੇ। ਨਾ ਪਤਨੀ ਨਾਲ ਪ੍ਰੀਤ ਕਰਦੇ ਨੇ, ਨਾ ਕੋਈ ਪਿਆਰ ਦਾ ਸ਼ਬਦ ਬੋਲਦੇ ਨੇ। ਜਦ ਪਿਆਰ ਦਾ ਹੀ ਸ਼ਬਦ ਕੋਈ ਨਹੀਂ ਬੋਲਣਾ, ਬੁਲਾਉਣਾ ਹੀ ਨਹੀਂ, ਤੇ ਫਿਰ ਪੈਸੇ ਕਿਹਨੇ ਦੇਣੇ ਆਗੇ, ਕਮਾਈ ਕਿਹਨੇ ਦੇਣੀ ਹੈ? ਕੋਈ ਪੈਸਾ ਘਰ ਨਹੀਂ ਦੇਣਾ। ਵੇਖ ਰਹੇ ਆ ਵੀ ਜੀਜਾ ਜੀ ਨੇ ਘਰ ਬਣਾ ਤਾਂ ਠੀਕ ਹੈ, ਖੁਸ਼ ਰਹਿਣਾ, ਸਭ ਕੁਝ ਘਰੇ ਮਿਲਦਾ ਹੈ, ਧਨ ਦੌਲਤ ਪਦਾਰਥ ਭੈਣ ਜੀ ਦੇ ਰਹੇ ਆ, ਬੈਠੇ ਆ ਨਾਲ ਲੈ, ਕੀ ਲੋੜ ਹੈ? ਪਰ ਗੁਰੂ ਸਾਹਿਬ ਨੇ ਬੁਲਾਉਣਾ ਵੀ ਛੱਡਿਆ, ਘਰ ਆਉਣਾ ਵੀ ਘੱਟ ਕਰਤਾ। ਹੁਣ ਮਾਤਾ ਸੁਲੱਖਣੀ ਜੀ ਬਹੁਤ ਤੜਫਦੇ ਆ ਵੀ ਕਦੇ ਕੋਲ ਬਹਿ ਕੇ ਭੋਜਨ ਨਹੀਂ ਛਕਦੇ, ਠੰਡਾ ਭੋਜਨ ਛਕਦੇ, ਜਿਹੜਾ ਉੱਥੇ ਪਹੁੰਚੇ ਠੰਡਾ ਹੀ ਹੋ ਜਾਂਦਾ। ਮੋਦੀ ਖਾਣੇ ਤੱਕ ਜਾਂਦੇ ਆ, ਜਦੋਂ ਲੈ ਕੇ ਜਾਂਦੇ ਆ ਵੀ ਕਦੇ ਆ ਕੇ ਮਰਜ਼ੀ ਨਾਲ ਨਹੀਂ ਦੱਸਿਆ ਮੈਂ ਕੀ ਖਾਣਾ ਕੀ ਛਕਣਾ, ਬੁਲਾਉਂਦੇ ਨਹੀਂ। ਕਿ ਪੁੱਛ ਲੈਣ ਠੀਕ ਹੈ, ਵਸਤਰ ਰੱਖ ਦੇਣੇ ਆ, ਮਰਦ ਨੇ ਪਹਿਨ ਲੈਣੇ ਆ, ਦੂਜੇ ਮੈਲੇ ਵਸਤਰ ਉਤਾਰ ਕੇ ਰੱਖ ਦੇਣੇ ਆ। ਕਦੇ ਨਹੀਂ ਕਿਹਾ ਸਾਡੇ ਵਸਤਰ ਮੈਲੇ ਨੇ ਧੋ ਦਿਓ, ਸਾਨੂੰ ਨਵੇਂ ਚਾਹੀਦੇ ਆ, ਫਲਾਣੇ ਚਾਹੀਦੇ ਆ। ਕੀ ਘਰੇ ਲੋੜਾਂਗੇ, ਕਿਸੇ ਗੱਲ ਦੀ ਕਦੇ ਗੱਲ ਨਾ ਕੀਤੀ। ਏਦਾਂ ਦਾ ਵਤੀਰਾ ਸੱਚੇ ਪਾਤਸ਼ਾਹ ਨੇ ਬਣਾ ਲਿਆ। ਦੀਨਨ ਦੇਨੇ ਦਾਨ ਦਨਾਈ, ਕਰ ਦੁਕਾਨ ਜਗ ਰੀਤ ਚਲਾਈ। ਦੁਕਾਨ ਕਰਕੇ ਸਤਿਗੁਰ ਗਰੀਬਾਂ ਨੂੰ ਦਾਨ ਕਰਦੇ ਆ, ਘਰੇ ਪੰਜੀ ਨਹੀਂ ਦਿੰਦੇ, ਫੁੱਟੀ ਕੋਟੀ ਨਹੀਂ ਘਰੇ ਆ ਰਹੀ। ਕਿਤੇ ਨਾ ਕਿਤੇ ਧਰਮ ਪਤਨੀ ਸਤਿਗੁਰਾਂ ਦੇ ਸੋਚਦੇ ਆ ਵੀ ਇਹੋ ਜਿਹੇ ਦਾਨ ਦਾ ਕੀ ਫਾਇਦਾ, ਘਰੇ ਤੇ ਕੱਖ ਨਹੀਂ, ਲੋਕਾਂ ਨੂੰ ਵੰਡੀ ਜਾਓ, ਪਰ ਬੋਲੇ ਨਹੀਂ ਕਦੇ, ਚੁੱਪ ਸੀ। ਕਦੋਂ ਤੱਕ ਰਹਿਣਗੇ? ਇੱਕ ਨਾ ਇੱਕ ਦਿਨ ਤੇ ਜਵਾਲਾ ਫੜੂ, ਗੁੱਸਾ ਚੜੂ, ਕਦੇ ਤੇ ਬੋਲਣਗੇ ਨਾ। ਕਦੋਂ ਤੱਕ ਬਰਦਾਸ਼ਤ ਹੈ? ਕੋਈ ਸੀਮਾ ਹੁੰਦੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹੋਰ ਅਣਡਿੱਠ ਕਰਨ ਲੱਗੇ, ਹੋਰ ਕਰਨ ਲੱਗੇ। ਉਹਨਾਂ ਕਦੇ ਬੁਲਾਉਣਾ, ਜਵਾਬ ਨਹੀਂ। ਜਿੱਦਣ ਉਹਨਾਂ ਕਿਤੇ ਕੋਈ ਪ੍ਰੇਮ ਦੀ ਗੱਲ ਕਰਦੇ ਨਹੀਂ, ਗੁਰੂ ਸਾਹਿਬ ਘਰੇ ਨਹੀਂ ਸੀ ਆਉਂਦੇ ਨੇ। ਨਾ ਉਹਨਾਂ ਨੇ ਕਦੇ ਆਪਣੀ ਨਣਦ ਨੂੰ ਆਖਿਆ ਵੀ ਮੈਂ ਦੁਖੀ ਬਹੁਤ ਹਾਂ, ਮੇਰਾ ਪਤੀ ਮੇਰੇ ਨਾਲ ਗੱਲ ਹੀ ਨਹੀਂ ਕਰਦਾ। ਚਲੋ ਇੱਕ ਤੇ ਹੁੰਦਾ ਨਾ ਗੱਲ ਵੀ 10-20 ਸਾਲ ਵਿਆਹ ਨੂੰ ਹੋ ਗਏ, ਨਹੀਂ ਵੀ ਬੋਲਿਆ ਤਾਂ ਵੀ ਕੋਈ ਰੋਣਾ ਨਹੀਂ, ਜਿਉਣਾ ਆ ਗਿਆ ਹੁਣ ਤੇ ਪਰਿਵਾਰ ਬੱਚੇ ਆ। ਅਜੇ ਤੇ 1.5-2 ਮਹੀਨੇ ਵਿਆਹ ਨੂੰ ਹੋਏ ਆ, ਪਹਿਲੀ ਵਾਰ ਘਰ ਜਾ ਕੇ ਵਾਪਸ ਆਏ ਆ, ਤੇ ਗੁਰੂ ਸਾਹਿਬ ਨੇ ਵਿਆਹ ਤੋਂ ਬਾਅਦ ਘਰੇ ਉਹ ਨਹੀਂ ਛੱਡਤਾ। ਜੈ ਰਾਮ ਜੀ ਵੇਖਦੇ ਰਹੇ ਸਾਰਾ ਕੁਝ, ਕਹਿੰਦੇ ਅਜੇ ਕੁਝ ਨਹੀਂ ਲੈਣਾ, ਵੇਖੀ ਚਲੋ ਕੀ ਕੁਝ ਕਰਦੇ ਹਨ। ਲੇਤ ਭੂਰ ਨਿਤ ਪੀਰ ਭਵੰਤਾ, ਦੇਹ ਨਿਰਾਲਸ ਸ੍ਰੀ ਜਗ ਕੰਤਾ। ਸੱਚੇ ਪਾਤਸ਼ਾਹ ਜੀ ਆਪ ਮੋਤੀ ਖਾਨੇ ਤੇ ਬੈਠ ਕੇ ਇੰਨਾ ਦਾਨ ਕਰਦੇ, ਅੱਗੇ ਤੋਂ ਵੀ ਵਧਾਤਾ, ਪਰ ਆਲਸ ਕੋਈ ਨਹੀਂ। ਸਾਵਧਾਨ ਰਹਿੰਦੇ, ਹਰ ਵੇਲੇ ਸਾਵਧਾਨ। ਰਾਤ ਨੂੰ ਵੀ ਘੱਟ ਸੌਂਦੇ ਆ, ਦਿਨੇ ਵੀ ਘੱਟ ਸੌਂਦੇ ਆ। ਇੱਕ ਤਾਂ ਹੁੰਦਾ ਨਾ ਵੀ ਕੋਈ ਇਨਸਾਨ ਆਲਸੀ ਹੈ, ਘਰੇ ਨਹੀਂ ਜਾਂਦਾ, ਜਾਂ ਦੁਨੀਆ ਦੇ ਨਸ਼ਿਆਂ ਵਿਸ਼ਿਆਂ 'ਚ ਫਸਿਆ। ਨਹੀਂ, ਗੁਰੂ ਸਾਹਿਬ ਦਾਨ ਕਰਦੇ ਰਹਿੰਦੇ ਆ, ਗਰੀਬਾਂ ਦਾ ਭਲਾ ਕਰਦੇ ਆ, ਲੋੜਵੰਦਾਂ ਦਾ ਪੱਖ ਪੂਰਦੇ ਆ। ਤੇ ਘਰੇ ਵੀ ਸੋਚਦਾ ਪਰਿਵਾਰ ਵੀ ਬਾਹਰ ਐਡਾ ਦਾਨ, ਐਡੇ ਦਾਨੀ ਲੋਕਾਂ ਲਈ, ਘਰੇ ਕਦੇ ਨਹੀਂ ਪੁੱਛਿਆ ਵੀ ਢੋਲ ਚਾਟਾ ਹੈ ਕਿ ਨਹੀਂ ਹੈ। ਸਮਾਜ ਹੈ ਨਾ, ਸਮਾਜ ਕਿਵੇਂ ਸੋਚਦਾ ਹੈ। ਕਹਿੰਦੇ ਉਹ ਚੀਜ਼ ਹੁਣ ਗੁਰੂ ਸਾਹਿਬ ਪੇਸ਼ ਕਰਦੇ ਆ। ਇਹ ਬਹੁਤ ਵੱਡੇ ਚੋਜ ਨੇ ਗੁਰੂ ਨਾਨਕ ਸਾਹਿਬ ਜੀ ਦੇ। ਕਾਹਦੇ ਲਈ? ਵਿਖਾਉਣਾ ਚਾਹੁੰਦੇ ਆ ਭਾਈ ਆ ਜੋ ਵੀ ਹੈ ਪੁੱਤਰ ਕਲਤਰ ਗ੍ਰਸਤ ਕਾ ਪਾਸਾ ਹੋੜ ਨਾ ਪਾਈਏ ਰਾਮ ਕੇ ਰਸ। ਗੁਰਬਾਣੀ ਐਵੇਂ ਨਹੀਂ ਗੁਰੂ ਸਾਹਿਬ ਨੇ ਅੰਕਿਤ ਕਰਤੀ, ਗੁਰਬਾਣੀ ਦਾ ਇੱਕ ਇੱਕ ਅੱਖਰ ਸਿੱਧ ਕਰਕੇ ਵਿਖਾਇਆ ਹੋਇਆ ਜੀਵਨ ਵਿੱਚ। ਇਤਿਹਾਸ ਸੁਣਿਆ ਤਾਂ ਪਤਾ ਲੱਗਦਾ ਕੀ ਕੁਛ ਹੋਇਆ। ਜਦੋਂ ਮਰਦ ਚੁੱਪ ਰਹੇ, ਮਾਤਾ ਸੁਲੱਖਣੀ, ਇੱਥੇ ਹੁਣ ਬਾਰ-ਬਾਰ ਮੈਂ ਮਾਤਾ ਸ਼ਬਦ ਵਰਤਿਆ ਕਰਨਾ, ਤੁਸੀਂ ਨੋਟ ਰੱਖਿਓ, ਕਿਉਂਕਿ ਰੋਜ਼ ਸੁਣਨ ਵਾਲਿਆਂ ਦੀ ਰੂਟੀਨ ਹੁੰਦੀ ਹੈ। ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਵਿਆਹ ਹੋ ਗਿਆ, ਜੇ ਆਪਾਂ ਉਹਨਾਂ ਦਾ ਨਾਮ ਲਈਏ ਚੰਗਾ ਨਹੀਂ ਲੱਗਦਾ। ਸਤਿਗੁਰਾਂ ਦੇ ਧਰਮ ਪਤਨੀ ਮਾਤਾ ਸੁਲੱਖਣੀ ਜੀ ਅੰਦਰ ਬਹਿ ਕੇ ਰੋ ਲੈਂਦੇ ਆ।
दुख जाहर नहीं करते। दुख काहदा सी उन्हां भी चलो हस के बोल ही लैन, ना कमाई देन, हाल चाल पुछ लैन, कोल बह के छक लैन, बुलाउणा भी नहीं, बोलना भी नहीं, घर भी आउणा नहीं। ओ बिलो कन्नर कीरत कहरी, कोई करदे असूजा धरी। ਹੁਣ ਸਤਿਗੁਰਾਂ ਨਾਲ ਕੋਈ ਈਰਖਾ ਨਹੀਂ ਕਰਦਾ, ਜਿਹੜਾ ਕਰਦਾ ਹੈ ਉਹ ਇੱਧਰ ਉੱਧਰ ਆ ਕੇ ਵੀ ਗੱਲਾਂ ਕਰ ਜਾਂਦਾ ਹੈ। ਕਹਿੰਦੇ ਉੱਥੇ ਦਾਨੀ ਬਣਿਆ ਫਿਰਦਾ ਹੈ, ਘਰੇ ਕੱਖ ਨਹੀਂ ਹੈ। ਈਰਖਾਵਾਦੀ ਦਾ ਕੰਮ ਕੀ ਹੁੰਦਾ, ਉੱਥੇ ਵਿੱਚ ਆ ਕੇ ਵੀ ਗੱਲਾਂ ਕਰ ਜੂਗਾ, ਜਿਹਦਾ ਸੁਭਾਅ ਜਿਹਦਾ ਸਾਰਾ ਨਹੀਂ ਪੈਣਾ ਪਈ ਜਾਣਾ। ਤੇ ਕਈ ਹੁਕਮਾਂ ਕਰਦੇ ਜਦੋਂ ਘਰ ਆ ਕੇ ਉਹਨਾਂ ਸਿਫਤ ਕਰਨੀ ਨਾ, ਕਹਿੰਦੇ ਗੁਰੂ ਵਰਗਾ ਦਾਨੀ ਕੋਈ ਨਹੀਂ। ਮਾਤਾ ਸੁਲੱਖਣੀ ਸੋਚਦੇ ਆ, ਕਹਿੰਦੇ ਤੁਹਾਡੇ ਲਈ ਦਾਨੀ ਨੇ, ਸਾਨੂੰ ਤੇ ਕਦੇ ਰੁਪਈਆ ਨਹੀਂ ਘਰੇ ਲਿਆ ਕੇ ਦਿੰਦਾ, ਕਦੇ ਪੁੱਛਿਆ ਵੀ ਨਹੀਂ ਵੀ ਘਰੇ ਕਿਸੇ ਚੀਜ਼ ਦੀ ਕਮੀ ਹੈ। ਜਿਉਂਦੇ ਰਹਿਣ ਭੈਣ ਨਾਨਕੀ ਜੀ, ਜਿਹੜੇ ਆਪਣੀ ਭਰਜਾਈ ਦਾ ਪੱਖ ਪੂਰਦੇ ਰਹੇ, ਉਹ ਵੀ ਕੱਦ ਤੱਕ ਪੂਰਨ ਸਮਾਜ ਦੀ ਪ੍ਰਕਿਰਿਆ ਇੱਥੇ ਦਿਖਾਉਣ ਲੱਗੇ ਆ। ਭਾਈ ਬਾਲਕ ਦੱਸ ਰਹੇ ਆ, ਕਹਿੰਦੇ ਮੈਂ ਗੁਰੂ ਸਾਹਿਬ ਨਾਲ ਕਦੇ ਕੋਈ ਜ਼ਿਕਰ ਨਾ ਕੀਤਾ ਇਸ ਗੱਲ ਤੇ। ਮੈਨੂੰ ਵੀ ਪਤਾ ਵੀ ਮੈਂ ਮਰਦ ਨੂੰ ਕੀ ਸਮਝਾ ਸਕਦਾ ਤੇ ਪਰਮੇਸ਼ਰ। ਕਈ ਵਾਰ ਮੇਰੇ ਕੋਲ ਆ ਕੇ ਜੈ ਰਾਮ ਜੀ ਨੇ ਗੱਲ ਕਰਨੀ, ਬਾਲਿਆ ਤੂੰ ਗੱਲ ਕਰ ਲਾ, ਤੂੰ ਕਿਹਾ ਕਰ ਇਹਨਾਂ ਨੂੰ ਵੀ ਕਦੇ ਤੇ ਸਮੇਂ ਨਾਲ ਘਰੇ ਆਇਆ ਕਰੋ, ਤੁਸੀਂ ਕਿਹੜਾ ਫਕੀਰ ਹੋ, ਵਿਆਹੇ ਮਰੇ ਹੋ, ਗ੍ਰਸਥ ਧਰਮ ਚ ਰਹਿੰਦੇ ਹੋ, ਚੰਗੇ ਵਸਤਰ ਪਾਓ, ਚੰਗਾ ਭੋਜਨ ਛਕੋ, ਸਮੇਂ ਨਾਲ ਆਓ, ਸਮੇਂ ਨਾਲ ਮੋਦੀ ਖਾਣੇ ਜਾਓ। ਸੋਣ ਬਿਖ ਖਿਜੈ ਸੁਲੱਖਣੀ, ਅਸ ਪ੍ਰਕਾਰ ਵਿਵਹਾਰਾ। ਇੱਥੋਂ ਤੱਕ ਹਾਲਤ ਬਣ ਗਈ ਘਰ ਦੀ। ਕਹਿੰਦੇ ਜਦ ਕੋਈ ਆ ਕੇ ਗੁਰੂ ਸਾਹਿਬ ਦੀ ਘਰੇ ਸਿਫਤ ਕਰ ਦਿਆ ਕਰੇ, ਸੁਣੀ ਜਾਏ ਉਹਦੀ ਤੇ ਮਾਤਾ ਸੁਲੱਖਣੀ ਟੁੱਟ ਕੇ ਪੈ ਰਿਹਾ ਕਰੇ, ਕਹਿੰਦੀ ਚੱਲ ਬਾਹਰ ਕਰੋ। ਸਿਫਤਾਂ ਕਰਦਾ ਹੈ ਉਹਨਾਂ ਦੀਆਂ ਆ ਕੇ, ਜਿਨ੍ਹਾਂ ਘਰੇ ਕਦੇ ਕਿਸੇ ਨੂੰ ਪਾਣੀ ਦਾ ਗਲਾਸ ਨਹੀਂ ਪੁੱਛਿਆ। ਇਹ ਚੋਰ ਨੇ ਸੱਜੇ ਪਾਤਸ਼ਾਹ ਦੇ, ਪਰੇਸ਼ਾਨ ਨੇ ਕਰੇ ਵੀ ਕਮਾਈ ਤੇ ਛੱਡੋ, ਜਿਹੜੀ ਲਿਆਉਣੀ ਆ ਨਹੀਂ ਲਿਆਉਣੀ ਹੈ, ਕਦੇ ਆ ਕੇ ਹਾਲ ਵੀ ਨਾ ਪੁੱਛਿਆ ਪਰਿਵਾਰ ਦਾ। ਪਹਿਲਾਂ ਲੈਣ ਨਹੀਂ ਗਏ, ਹੁਣ ਘਰ ਆ ਕੇ ਬੋਲਦੇ ਨਹੀਂ, ਬੁਲਾਉਂਦੇ ਨਹੀਂ। ਇਹਨੂੰ ਕਹਿੰਦੇ ਬਾਈਕਾਟ ਹੀ ਕਰਦਾ। ਕਹਿੰਦੇ ਵਿਆਹ ਕਾਹਤੋਂ ਕਰਾਇਆ ਸੀ ਜੇ ਮੇਰੇ ਨਾਲ ਬੋਲਣਾ ਹੀ ਨਹੀਂ ਸੀ। ਬੋਲ ਪੈਂਦੇ ਕਈ ਵਾਰ ਉਹ, ਤੇ ਭੈਣ ਨਾਨਕੀ ਸੁਣ ਕੇ ਚੁੱਪ ਕਰ ਜਾਂਦੇ ਵੀ ਹੁਣ ਮੈਂ ਕੀ ਬੋਲਾਂ, ਕਹਾਂ ਕੀ ਇਹਨਾਂ ਨੂੰ। ਇਹ ਵੀ ਵਿਚਾਰੇ ਕਦੋਂ ਤੱਕ ਬਰਦਾਸ਼ਤ ਕਰਨਾ। ਗੁਰੂ ਸਾਹਿਬ ਨੇ ਬਿਲਕੁਲ ਹੀ ਬਾਈਕਾਟ ਕਰਤਾ ਜੀ, ਘਰੇ ਆਉਣਾ ਜਾਣਾ ਹੀ ਬੰਦ ਕਰਤਾ। ਕਦੇ ਕਦਾਈ ਆ ਜਾਂਦੇ ਆ, ਜਿੱਦਣ ਕੁਝ ਬਣਿਆ ਹੁੰਦਾ ਹੈ ਛੱਕ ਕੇ ਫੇਰ ਚਲੇ ਜਾਂਦੇ ਆ। ਦੁੱਖ ਨਹੀਂ ਪੁੱਛਿਆ, ਸੁੱਖ ਨਹੀਂ ਪੁੱਛਿਆ, ਕੋਈ ਪਦਾਰਥ ਨਹੀਂ ਦਿੱਤਾ। ਤੇ ਮਾਤਾ ਸੁਲੱਖਣੀ ਜੀ ਥੋੜਾ ਥੋੜਾ ਬੋਲਣ ਲੱਗ ਪਏ। ਕਈ ਵਾਰ ਨਾ ਇਨਸਾਨ ਬੋਲਣਾ ਨਹੀਂ ਚਾਹੁੰਦਾ, ਹਾਲਾਤ ਬੋਲਣ ਲਾ ਦਿੰਦੇ ਆ। ਦੁਨੀਆ ਬੋਲਣ ਲੱਗ ਲੈ ਫਲਾਣਾ ਤੇ ਬੜਾ ਬੋਲਦਾ ਯਾਰ, ਫਿਰ ਕੀ ਹੋਇਆ ਭਾਈ, ਉਹਦੇ ਹਾਲਾਤ ਵੇਖੋ ਕਿਉਂ ਬੋਲਦਾ ਹੈ। ਕੀ ਉਹ ਸਦਾ ਹੀ ਇਹੋ ਜਿਹਾ ਸੀ? ਕੌਣ ਚਾਹੁੰਦਾ ਆਪਣੀ ਜ਼ਿੰਦਗੀ ਵਿੱਚ ਬੋਲਣਾ? ਕਈ ਵਾਰ ਵਕਤ ਮਜਬੂਰ ਕਰ ਦਿੰਦਾ ਹੈ, ਹਾਲਾਤ ਇਦਾਂ ਹੋ ਜਾਂਦੇ ਆ। ਉਹ ਹੁਣ ਬੋਲਣੇ ਸ਼ੁਰੂ ਹੋ ਗਏ ਜਦੋਂ ਕਾਫੀ ਸਮਾਂ ਬਤੀਤ ਹੋ ਗਿਆ। ਹੁਣ ਗੁਰੂ ਸਾਹਿਬ ਦੇ ਸਾਹਮਣੇ ਨਹੀਂ ਬੋਲਦੇ, ਉਹਨਾਂ ਨੂੰ ਪਤਾ ਵੀ ਜਿਸ ਦਿਨ ਬੋਲਾਂਗੇ ਫਿਰ ਘਰੇ ਬਿਲਕੁਲ ਨਹੀਂ ਆਉਣਗੇ। ਮਾੜਾ ਮੋਟਾ ਬੋਲਦੇ ਵੀ ਚੱਲ ਜੇ ਕੋਈ ਸੁਨੇਹਾ ਹੀ ਦੇ ਦੇ ਵੀ ਘਰ ਤੇ ਤੁਹਾਡਾ ਦੁਖੀ ਆ ਸਾਰਾ ਪਰਿਵਾਰ, ਤੁਸੀਂ ਲੋਕਾਂ ਨੂੰ ਦਾਨ ਕਰਦੇ ਹੋ, ਕਿਉਂ ਕਰ ਰਹੇ ਆ ਮਹਾਰਾਜ? ਤਾਂ ਜੋ ਜਮਾਨਾ ਨਿੰਦਿਆ ਕਰੇ, ਆਖੋ ਸਤਿਨਾਮ ਜੋਗੀ ਮਾੜਾ ਕਹਿਣਾ। ਤੇ ਅਸੀਂ ਘਰ ਸਾਡੇ ਡਾਂਗ ਫੜ ਕੇ ਲੋਕਾਂ ਸਾਹਮਣੇ ਅਸੀਂ ਇਕੱਠੇ ਬਹਿ ਕੇ ਵਿਖਾਉਂਦੇ ਆ ਵੀ ਸਾਡੇ ਜਿੰਨਾ ਪਰਿਵਾਰ, ਜਿੰਨਾ ਤੇ ਪਿਆਰ ਹੀ ਨਹੀਂ ਕਿਸੇ ਦਾ। ਦਿਖਾਵਾ ਕਰਦੀ ਹੈ ਨਾ ਦੁਨੀਆ। ਤੇ ਗੁਰੂ ਨਾਨਕ ਸਾਹਿਬ ਜੀ ਨੇ ਦਿਖਾਵਾ ਨਹੀਂ ਕੀਤਾ, ਨਾ ਵਿਖਾਇਆ ਵੀ ਮੇਰੇ ਘਰ ਪਰਿਵਾਰ ਦੇ ਹਾਲਾਤ ਇਸ ਵੇਲੇ ਏਦਾਂ ਦੇ ਨੇ, ਆ ਚੱਲ ਰਿਹਾ ਘਰ ਚ, ਸਭ ਨੂੰ ਪਤਾ ਸੀ। ਫਿਰ ਕੀ ਹੋ ਜਾਊਗਾ ਜੇ ਸਾਨੂੰ ਕੋਈ ਆਖੂਗਾ ਇਹਨਾਂ ਦੀ ਬਣਦੀ ਏ, ਲੜਦੇ ਫਿਰਦੇ ਆ, ਵੈਰ ਵਿਰੋਧ ਕਰਦੇ, ਤਾਂ ਕੀ ਹੋ ਜਾਊਗਾ? ਕਿਸੇ ਤੋਂ ਲਾਇਸੈਂਸ ਲੈਣਾ ਜਾਂ ਕੋਈ ਸਾਨੂੰ ਪੇ ਦੇ ਕੇ ਜਾਊਗਾ, ਤਨਖਾਹ ਦੇ ਕੇ ਜਾਊਗਾ, ਜੱਗ ਦੀ ਪਰਵਾਹ ਨਹੀਂ ਕਰੀ, ਜੱਗ ਬੜਾ ਕੁਛ ਬੋਲਦਾ। ਜਮਾਨੇ ਦੀ ਇਹ ਆਦਤ ਹੁੰਦੀ ਹੈ। ਕਹਿੰਦੇ ਜੀ ਹੁਣ ਉਹੀ ਲੋਕ ਜਿਹੜੇ ਮਰਦ ਨੂੰ ਰੱਬ ਕਹਿੰਦੇ ਸੀ, ਗੱਲਾਂ ਕਰਨ ਲੱਗ ਗਏ। ਕਦੇ ਇੱਥੇ ਦਾਨੀ ਬਣਿਆ ਬੈਠਾ ਹੈ, ਕਦੇ ਆਪਣੀ ਪਤਨੀ ਦਾ ਹਾਲ ਪੁੱਛਿਆ, ਕਦੇ ਆਪਣੇ ਸਹੁਰੇ ਪਰਿਵਾਰ ਬਾਰੇ ਪੁੱਛਿਆ। ਇਹੋ ਜਿਹੇ ਦਾਨ ਦਾ ਕੀ ਹੈ? ਟੱਬਰ ਘਰੇ ਦੁਖੀ ਹੋ ਗਏ। ਕਈ ਆ ਕੇ ਮੁੰਡੇ ਕਹਿ ਜਾਂਦੇ ਆ, ਪਰ ਉਸ ਮੇਰੇ ਗੁਰੂ ਬਾਬੇ ਨੂੰ ਕੋਈ ਫਰਕ ਨਹੀਂ, ਆਪਣੇ ਆਨੰਦ 'ਚ ਰਹਿੰਦੇ ਆ। ਮਾਤਾ ਸੁਲੱਖਣੀ ਜੀ ਜਿਹੜਾ ਸਤਿਗੁਰਾਂ ਦੀ ਸਾਈਡ ਰਹਿੰਦਾ, ਉਹਨਾਂ ਦੀ ਸਿਫਤ ਕਰਦਾ, ਉਹ ਤਾਂ ਬੋਲਦੇ ਆ ਵੀ ਚਲੋ ਜੇ ਮਾੜਾ ਮੋਟਾ ਸੇਕ ਪਹੁੰਚੇ ਤੇ ਘਰ ਆਉਣ ਲੱਗ ਜਾ, ਬੋਲਣ ਲੱਗ ਪੈਣਾ। ਅੱਜ ਦੀ ਉਮਰ ਭਰ ਜਵਾਨੀ ਦੀ ਹੈ, ਚੜ੍ਹਦੀ ਜਵਾਨੀ ਵਿੱਚ ਨੇ ਗੁਰੂ ਸਾਹਿਬ ਵਿਕਾਰਾਂ ਤੋਂ ਰਹਿਤ ਸਨ। ਪਰਮੇਸ਼ਵਰ ਨੇ, ਨਿਰੰਕਾਰ ਨੇ, ਜਿਨ੍ਹਾਂ ਦਾ ਭੇਦ ਛੇਤੀ ਕੋਈ ਜਾਣ ਨਹੀਂ ਸਕਦਾ। ਘਰ ਕੀ ਪੀਰ ਨ ਜਾਣਈ, ਬਾਹਰ ਬਨਿਓ
करता, कहते घर की पीड़ का पता नहीं, बाहर दानी बनया फिरदा है। कौन कहता जी? सतगुरां दे बंदे। घरे नहीं पता कौन दुखी बैठा, किनू दवाई चाहिए, किनू कुछ रोटी खाधी नहीं खाधी। कहते लोग भुखिया नूं रोटियां खवाउंदे फिरदे, लोकां नूं दान करदे आ। कहते किहो जिहा पति मेरा, मैनूं समझ नहीं आउंदी। चौपई राखें दरब ना खोट अकाजो, सदा मूल जो गृष्ट समझो। जे इदां ही रहना सी, विआह क्यों कराया? एक खोटा पैसा भी घर नहीं कदे लैके आया, खोटा सिक्का। पुराने समय खोटे सिक्के हुंदे सी जिन्हां चों सुराख कड्ढिया हुंदा सी, ਉਹਨੂੰ ਕਹਿੰਦੇ ਹੀ ਖੋਟਾ ਸੀ, ਚੱਲਦਾ ਚੁਲਦਾ ਨਹੀਂ ਸੀ ਹੁੰਦਾ। ਕਹਿੰਦੇ ਕਦੇ ਖੋਟਾ ਸਿੱਕਾ ਵੀ ਘਰੇ ਕਮਾ ਕੇ ਨਹੀਂ ਲੈ ਕੇ ਆਏ, ਬੜਾ ਹੁੱਬ ਕੇ ਦੱਸਦੇ ਸੀ ਜੀ ਮੁੰਡਾ ਮੋਤੀ ਖਾਣਾ ਕਰਦਾ, ਖੁਸਦਰਾਮ ਅੱਗੇ ਬੋਲਣ। ਦੁਖੀ ਨੇ ਹੁਣ ਉਹ ਸੰਸਾਰਿਕ ਤੌਰ ਤੇ। ਵੇਖੋ ਐਵੇਂ ਨਾ ਚਿੰਤਾ ਕਰਿਆ ਕਰੋ। ਇੱਥੇ ਦੇ ਗੁਰੂ ਨਾਨਕ ਸਾਹਿਬ ਦੀ ਪਤਨੀ ਵੀ ਕਹਿੰਦੀ ਮੈਂ ਪਤੀ ਤੋਂ ਦੁਖੀ ਆ, ਖੁਸਦਰਾਮ। ਅੱਜ ਬਹੁਤ ਵੱਡਾ ਮਸਲਾ ਹੋ ਜਾਂਦਾ ਵੀ ਆ ਜਿਹੜੇ ਸਾਨੂੰ ਦੁਖੀ ਕਰਦੇ ਫਿਰਦੇ ਚੀਜ਼ਾਂ ਕੀ ਨੇ ਇਹ? ਖੇਡਾਂ ਸੰਸਾਰ ਦੀਆਂ। ਸੰਸਾਰ ਵਿੱਚ ਦੁੱਖ ਸੁੱਖ ਦੁਏਦਾਰ ਕੱਪੜੇ ਪਹਿਰੇ ਜਾਏ ਮਨੁੱਖ। ਬਾਣੀ ਨੇ ਸਪਸ਼ਟ ਕਰਤਾ ਤੇਰੀ ਜ਼ਿੰਦਗੀ 'ਚ ਦੁੱਖ ਨਹੀਂ ਜਾ ਸਕਦੇ, ਨਹੀਂ ਜਾ ਸਕਦੇ। ਕਿਉਂ? ਦੁੱਖ ਤੇ ਸੁੱਖ ਤੇਰੇ ਦੋ ਖੰਭ ਨੇ, ਤੇਰੇ ਕੱਪੜੇ ਨੇ। ਭਾਈ ਜੇ ਤੂੰ ਦੁੱਖ ਨਹੀਂ ਪਾਏਗਾ ਹੋਰ ਜਾਨਵਰ ਪਾਉਣਗੇ? ਜੇ ਸੁੱਖ ਵੀ ਭੋਗੇਗਾ ਤੇ ਦੁੱਖ ਵੀ ਤੇ ਫਿਰ ਤੈਨੂੰ ਭੋਗਣੇ ਪੈਣੇ। ਅਸੀਂ ਕਹਿੰਦੇ ਰੱਬਾ ਸੁੱਖ ਸਾਨੂੰ ਦੇ ਦੀ, ਦੁੱਖ ਗਵਾਂਢੀਆਂ ਦੇ ਸੁੱਟ ਦੇ, ਦੁੱਖ ਸ਼ਰੀਕੇ ਨੂੰ ਦੇ ਦੇ। ਸਾਰੇ ਸੁੱਖ ਮਲਾਈ ਮਲਾਈ ਅਸੀਂ ਖਾਈਏ, ਕੱਚੀ ਲੱਸੀ ਲੋਕ ਪੀਣ। ਸਾਡੀ ਆਹ ਹਾਲਤ ਹੈ। ਪਰ ਮਹਾਰਾਜ ਨੇ ਸਪਸ਼ਟ ਕਹਿਤਾ ਵੀ ਸੁੱਖ ਵੀ ਆਉਣਗੇ, ਦੁੱਖ ਵੀ ਆਉਣਗੇ। ਜੇ ਸ਼ੁਕਰ ਮੰਨੇਗਾ, ਭਾਣਾ ਮੰਨੇਗਾ ਤੇ ਦੋਸ਼ ਨਹੀਂ ਰਹੇਗਾ। ਮਾਤਾ ਸੁਲੱਖਣੀ ਜੀ ਸਪਸ਼ਟ ਕਹਿਣ ਲੱਗ ਪਏ, ਕਹਿੰਦੇ ਖੋਟਾ ਸਿੱਕਾ ਘਰੇ ਨਹੀਂ ਦਿੱਤਾ ਕਦੇ, ਪੰਜੀ ਘਰ ਨਹੀਂ ਦਿੱਤੀ ਕਦੇ। ਮੈਂ ਆਪਣੀ ਮਾਂ ਨੂੰ ਕੀ ਦੱਸਾਂ? ਮੇਰੀ ਮਾਂ ਬੜਾ ਕਹਿੰਦੀ ਸੀ ਮੇਰਾ ਜਵਾਈ ਬਹੁਤ ਚੰਗਾ, ਹਲਕਾ ਹਲਕਾ ਬੋਲਦੇ ਆ, ਦਿਲ ਦੇ ਉਲਾਂਭੇ ਘਰੇ ਸੁਣਾਉਂਦੇ ਹਨ। ਘਰ ਕੇ ਖਰਚ ਅਨਕ ਵਿਦ ਹੋਏ, ਦਰਬ ਪਾਸ ਤੇ ਊਰਜਹਿ ਸੋਏ। ਕਈ ਵਾਰ ਸਤਿਗੁਰਾਂ ਨੇ ਘਰੇ ਆਉਣਾ, ਉਹਨਾਂ ਨੇ ਹੁਣ ਪਾਣੀ ਪੂਣੀ ਭੋਜਨ ਛਕਾ ਕੇ ਹੌਲੀ ਹੌਲੀ ਸੁਣਾਉਣਾ ਸ਼ੁਰੂ ਕਰ ਦੇਣਾ। ਬੀਬੀਆਂ ਦੀ ਆਦਤ ਹੁੰਦੀ ਕਿਚਨ ਵਿੱਚ ਖੜ ਕੇ ਬੁੜਬੁੜ ਕਰਨਾ, ਸਾਹਮਣੇ ਨਹੀਂ ਬੋਲਦੀ, ਸਾਹਮਣੇ ਤੇ ਭੱਜੀਆਂ ਫਿਰਦੀਆਂ ਸੇਵਾ 'ਚ, ਬੋਲਣਾ ਰਸੋਈ 'ਚ ਲੜ ਕੇ। ਕਿਉਂ? ਕਿਉਂਕਿ ਉਹੀ ਇਹਨਾਂ ਦਾ ਚੀਫ ਮਿਨਿਸਟਰ ਵਾਲਾ ਆਫਿਸ ਹੁੰਦਾ ਹੈ। ਤੇ ਜੇ ਫਿਰ ਗੁੱਸਾ ਵੀ ਲਾਉਣਾ ਨਾ, ਲੂਣ ਵੱਧ ਪਾ ਕੇ ਕੱਢਣਾ, ਖੁਸਦਨਾਮ। ਕਿਤੇ ਸਬਜ਼ੀ ਸਾੜ ਦੋ, ਕਿਤੇ ਰੋਟੀ ਸਾੜ ਦੋ। ਕਹਿੰਦੇ ਜਦੋਂ ਗੁਰੂ ਸਾਹਿਬ ਨੇ ਭੋਜਨ ਕਿਤੇ ਛਕਣਾ ਨਾ ਬਹਿ ਕੇ, ਸਾਹਮਣੇ ਸੁਣਾਉਣਾ। ਕਰ ਲੋ ਦਾਨ ਲੋਕਾਂ ਨੂੰ, ਕਿਸੇ ਨੇ ਕੁਝ ਨਹੀਂ ਦੇਣਾ। ਜਦ ਤੱਕ ਘਰੇ ਨਹੀਂ ਕੁਝ ਲੈ ਕੇ ਆਉਂਦੇ, ਲੋਕੀ ਸਿਆਣਾ ਕਿਵੇਂ ਕਹਿਣਗੇ? ਬੜਾ ਕੁਝ ਸੁਣਾਉਣਾ। ਤੇ ਹੁਣ ਇਹ ਬੋਲੀ ਉਹ ਮਾਰਦੇ ਆ ਸਤਿਗੁਰਾਂ ਦੇ ਭੈਣ ਜੀ ਨੂੰ ਗੱਲਾਂ ਗੱਲਾਂ 'ਚ, ਵੀ ਜੇ ਇਹਨਾਂ ਤੱਕ ਕੋਈ ਗੱਲ ਜਾਊ ਤਾਂ ਹੀ ਆਪਣੇ ਭਰਾ ਨੂੰ ਸਮਝਾਉਣਗੇ ਵੀ ਭਾਈ ਘਰ ਦਾ ਧਿਆਨ ਰੱਖਿਆ ਕਰ। ਕਹਿੰਦੇ ਹੁਣ ਤੇ ਸਾਡੇ ਘਰੇ ਰਾਸ਼ਨ ਵੀ ਹੈ ਨਹੀਂ। ਰੱਬਾ ਜੇ ਆਹੀ ਹਾਲਾਤ ਮੇਰੇ ਪਤੀ ਦੇ ਰਹੇ, ਇੱਥੇ ਰੋਟੀ ਬੰਦ ਹੋ ਜਾਊਗਾ। ਖੁਸਦਨਾਮ। ਮਰਦ ਪ੍ਰਸ਼ਾਦਾ ਛਕਦੇ ਹੱਥ ਧੋਵੇ ਚੱਲ ਬਾਹਰ, ਨਹੀਂ ਕਰਦੇ। ਉਹ ਹੋਰ ਦੁਖੀ ਹੋ ਗਈ ਵੀ ਜਿੰਨਾ ਮੈਂ ਕਲਪਦੀ ਹਾਂ, ਜਿੰਨਾ ਮੈਂ ਤੜਫਦੀ ਹਾਂ, ਜਿੰਨਾ ਇਹਨਾਂ ਨੂੰ ਬੋਲਦੀ ਹਾਂ। ਚਲੋ ਹੁੰਦਾ ਨਾ ਵੀ ਚਲੋ ਘਰੇ ਕਈ ਵਾਰ ਬੰਦਾ ਗਾਲਾਂ ਗੋਲਾਂ ਜੇ ਸੁਣ ਕੇ ਕਹਿੰਦਾ ਚੱਲ ਇੰਨੇ ਕੁ ਪੈਸੇ ਘਰੇ ਦੇ ਦਿੰਦੇ, ਥੋੜਾ ਜਿਹਾ ਚੇਂਜ। ਪਰ ਗੁਰੂ ਪਾਤਸ਼ਾਹ ਚੇਂਜ ਨਹੀਂ ਆਇਆ। ਕਹਿੰਦੇ ਜਿੰਨਾ ਉਹ ਸੰਗਤ ਹੋ ਕੇ ਬੋਲਿਆ ਕਰਨ, ਉਹਨਾਂ ਸਤਿਗੁਰ ਦੂਰ ਹੋ ਜਾ ਕਰਨ। ਖੁਸਦਨਾਮ। ਸਮਾਂ ਸਵਾਗਤ ਹੈ ਜੀ। ਬੜੇ ਆਨੰਦਮਈ ਚੋਰ ਨੇ। ਆਨੰਦਮਈ ਕਿਉਂ ਨੇ? ਕਿਉਂਕਿ ਇਹ ਘਰ ਘਰ ਕੀ ਬਾਤ ਹੈ। ਦੁਨੀਆ ਨੂੰ ਉਹ ਚੀਜ਼ਾਂ ਬਹੁਤ ਚੰਗੀਆਂ ਲੱਗਦੀਆਂ ਜੋ ਆਪਣੇ ਘਰਾਂ 'ਚ ਵਰਤਦੀਆਂ, ਕਿਉਂਕਿ ਅਸੀਂ ਕਲਯੁਗੀ ਜੀਵਾਂ। ਸਾਡੀ ਮਾਨਸਿਕਤਾ ਸੰਸਾਰ ਵਿੱਚ ਜ਼ਿਆਦਾ ਹੈ ਕਿਉਂਕਿ ਅਸੀਂ ਬੀਤਦੇ ਵਰਤਦੇ ਸੰਸਾਰ 'ਚ। ਤੇ ਗੁਰੂ ਸਾਹਿਬ ਨੇ ਇਹਨਾਂ ਚੋਜਾਂ ਦੇ ਵਿੱਚ ਬੜੇ ਡੂੰਘੇ ਰਹੱਸ ਰੱਖੇ ਹੋਏ ਆ। ਐਵੇਂ ਨਹੀਂ ਕਹਿ ਦਿੱਤਾ ਬਾਣੀ ਵਿੱਚ ਬਾਲੀ ਰੋਵੈ ਨਾਏ ਪਧਾਰ, ਨਾਨਕ ਦੁਖੀਆ ਸਭ ਸੰਸਾਰ। ਸਾਰਾ ਸੰਸਾਰ ਦੁਖੀ ਹੈ ਤੇ ਦੁਖੀ ਸੁਖੀ ਕੌਣ ਹੈ? ਜਿਹਨੇ ਬੰਦਗੀ ਕੀਤੀ। ਕਿ ਗੁਰੂ ਸਾਹਿਬ ਦੁਖੀ ਆ? ਨਹੀਂ, ਉਹ ਆਪਣੇ ਆਨੰਦ 'ਚ ਰਹਿੰਦੇ ਆ। ਪਰ ਧਰਮ ਪਤਨੀ ਦੁਖੀ ਨੇ, ਦੁਖੀ ਨੇ। ਹੁਣ ਜੋ ਜੋ ਕੱਲ ਦੇ ਦੀਵਾਨਾਂ 'ਚ ਹੋਣਾ, ਮਰਦ ਦੀ ਕਿਰਪਾ ਨਾਲ ਸਰਵਣ ਕਰਕੇ ਆਨੰਦ ਮਾਣਾਂਗੇ। ਕਿਉਂਕਿ ਸਤਿਗੁਰਾਂ ਨੇ ਇਹਨਾਂ ਚੋਜਾਂ ਦੇ ਵਿੱਚ ਵੀ ਨਾ ਸਾਡੇ ਸਿੱਖਣ ਲਈ ਬੜਾ ਕੁਝ ਰੱਖਿਆ ਹੋਇਆ। ਗੁਰੂ ਕਿਰਪਾ ਕਰਨ ਕਿ ਸਾਨੂੰ ਮਤ ਸੋਝੀ ਗਿਆਨ ਤੇ ਸਿਮਰਨ ਦੀ ਦਾਤ ਪ੍ਰਾਪਤ ਹੋ ਜੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।